ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਨ ਦੀ ਕਥਾ ਕਰਾਂਗੇ। ਉਹਨਾਂ ਦੇ ਜਨਮ ਦਿਨ ਤੇ ਉਹਨਾਂ ਦੇ ਜੀਵਨ ਤੇ ਝਾਤ ਮਾਰਾਂਗੇ ਗੁਰਮਤਿ ਵਿਚਾਰਾਂ ਦੇ ਅਨੁਸਾਰ। ਸੋ ਸਤਿਗੁਰਾਂ ਜੀ ਦਾ ਪਾਵਨ ਬਚਨ ਹੈ, ਸਵਈਆਂ ਦੇ ਵਿੱਚ ਪੱਟਾਂ ਦਾ ਬਚਨ ਹੈ 1392 ਅੰਗ ਤੇ। ਅਮੈ ਦਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਅਮੈ ਦਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਇਹਨਾਂ ਪੰਗਤੀਆਂ ਦਾ ਅਰਥ ਹੈ, ਭੱਟ ਜੀ ਕਹਿੰਦੇ ਹਨ ਕਿ ਹੇ ਸਤਿਗੁਰੂ ਜੀ, ਹੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਸ ਉੱਤੇ ਤੁਸੀਂ ਆਪਣੀ ਸ੍ਰੇਸ਼ਟ ਤੇ ਅੰਮ੍ਰਿਤਮਈ ਨਜ਼ਰ ਕਰ ਦਿੰਦੇ ਹੋ, ਸ਼ੁਭ ਦ੍ਰਿਸ਼ਟ ਅਮੈ ਦ੍ਰਿਸ਼ਟ, ਅਮੈ ਦ੍ਰਿਸ਼ਟ ਦਾ ਮਤਲਬ ਅੰਮ੍ਰਿਤਮਈ ਨਜ਼ਰ, ਉਸ ਦੇ ਸਾਰੇ ਗੁਨਾਹ ਕਸਮਲ ਪਾਪ ਅਤੇ ਮਲੀਨਤਾ ਨਾਸ਼ ਹੋ ਜਾਂਦੀ ਹੈ, ਭਾਵ ਦੂਰ ਹੋ ਜਾਂਦੀ ਹੈ। ਹੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਭੋਗ ਵਿਲਾਸ, ਗੁੱਸਾ, ਲਾਲਚ, ਸੰਸਾਰੀ ਮਮਤਾ ਅਤੇ ਮਨੋਭਾਵਨਾਵਾਂ, ਇਹ ਸਾਰੀਆਂ ਜੋ ਬਹੁਤ ਬਲਵਾਨ ਹਨ, ਤੁਸੀਂ ਇਹਨਾਂ ਨੂੰ ਕਾਬੂ ਵਿੱਚ ਕੀਤਾ ਹੋਇਆ। ਸੋ ਇਸ ਤਰ੍ਹਾਂ ਇਹਨਾਂ ਪੰਗਤੀਆਂ ਦੇ ਰਾਹੀਂ ਭੱਟ ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੀ ਮਹਿਮਾ ਗਾਇਨ ਕਰਦੇ ਹਨ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਉੱਤੇ ਝਾਤ ਮਾਰਨ ਤੋਂ ਪਹਿਲਾਂ, ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਉਹਨਾਂ ਦੇ ਪ੍ਰਤੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਨਾਮ ਦੇ ਆਪਾਂ ਸਾਰੇ ਮਿਲ ਕੇ ਮੰਗਲਾਚਾਰ ਕਰੀਏ, ਕਿਉਂਕਿ ਜਿਨ੍ਹਾਂ ਦਾ ਦਿਹਾੜਾ ਮਨਾ ਰਹੇ ਹਾਂ ਉਹਨਾਂ ਦੇ ਨਾਮ ਦੇ ਮੰਗਲਾਚਾਰ ਹੋਣੇ ਜ਼ਰੂਰੀ ਹੁੰਦੇ ਹਨ। ਮਹਾਨ ਵਿਦਵਾਨ, ਕਥਾਵਾਚਕ, ਗਿਆਨੀ ਧਿਆਨੀ ਜਦੋਂ ਕਿਸੇ ਵੀ ਗੁਰਪੁਰਬ ਤੇ ਕਿਸੇ ਵੀ ਗੁਰੂ ਦੀ ਜਨਮ ਦੀ ਜੋਤੀ ਜੋਤ ਸਮਾਉਣ ਦੀ, ਉਹਨਾਂ ਦੇ ਵਿਆਹ ਦੀ ਵਗੈਰਾ ਵਗੈਰਾ ਜੋ ਵੀ ਕਥਾ ਕਰਦੇ ਹਨ, ਤਾਂ ਉਸ ਗੁਰੂ ਦੇ ਮੰਗਲ ਗਾਏ ਜਾਂਦੇ ਹਨ। ਸੋ ਆਓ ਸਾਰੀ ਸੰਗਤ ਮਿਲ ਕੇ ਆਪਾਂ ਰਾਮਕਲੀ ਦੀ ਵਾਰ ਦੇ ਵਿੱਚੋਂ ਸੱਤੇ ਬਲਵੰਡ ਨੇ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਬਚਨ ਕੀਤੇ ਹਨ, ਉਹਨਾਂ ਨੂੰ ਆਪਾਂ ਸਾਰੇ ਮਿਲ ਕੇ ਗਾਇਨ ਕਰੀਏ। ਜਿਨ ਕੀਤੀ ਸੋ ਮੰਨਣਾ, ਕੁਸਾਲ ਜਹਵਾਹੇ ਸਾਲੀ, ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ। ਸਤਿਗੁਰ ਆਖੈ ਸੱਚਾ ਕਰੇ, ਸਬਾਤ ਹੋਵੈ ਦਰਹਾਲੀ। ਗੁਰ ਅੰਗਦ ਦੀ ਦੋਹੀ ਫਿਰੀ, ਸਚ ਕਰਤੈ ਬੰਦ ਬਹਾਲੀ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸੈ ਡਾਲੀ। ਦਰ ਸੇਵੇ ਉਮਤ ਖੜੀ, ਮਸਕ ਲੈ ਹੋਏ ਜੰਗਾਲੀ। ਦਰ ਦਰ ਵੇਸ ਖਸਮਦੈ, ਨਾਏ ਸੱਚੇ ਬਾਣੀ ਲਾਲੀ। ਬਲਵੰਡ ਖੀਵੀ ਨੇਕ ਜਨ, ਜਿਸ ਬਹੁਤੀ ਛਾਉ ਪਤਰਾਲੀ। ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਗੁਰ ਸਿੱਖਾਂ ਕੇ ਮੁਖ ਉਜਲੇ, ਮਨ ਮੁਖ ਥੀਏ ਪ੍ਰਾਲੀ। ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ। ਮਾਤਾ ਖੀਵੀ ਸੋ ਸੋਏ, ਜਿਨ ਗੋਏ ਉਠਾਲੀ। ਮਾਤਾ ਖੀਵੀ ਸੋ ਸੋਏ, ਜਿਨ ਗੋਏ ਉਠਾਲੀ। ਇਹ ਭਾਈ ਬਲਵੰਡ ਜੀ ਵੱਲੋਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ
ਰਾਮਕਲੀ ਦੀ ਵਾਰ, ਸੱਤੇ ਬਲਵੰਡ ਦੀ ਜਿਹੜੀ ਵਾਰ ਆ 967 ਅੰਗ ਦੇ ਉੱਪਰ ਬਿਰਾਜਮਾਨ ਹੈ। ਉਹਦੇ ਵਿੱਚ ਭਾਈ ਬਲਵੰਡ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਗਾਇਨ ਕਰਦੇ ਹਨ, ਵਡਿਆਈ ਕਰਦੇ ਹਨ। ਆਪਾਂ ਇੱਕ ਪੌੜੀ ਹੋਰ ਪੜਾਂਗੇ, ਉਹ ਵੀ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਹੈ। ਇਸੇ ਵਾਰ ਦੀ ਜਿਹੜੀ ਆਪਾਂ ਪੌੜੀ ਪੜ੍ਹੀ ਹੈ, ਇਹ ਤੀਜੀ ਪੌੜੀ ਹੈ ਸੱਤੇ ਬਲਵੰਡ ਦੀ ਵਾਰ ਦੀ। ਹੁਣ ਜਿਹੜੀ ਪੌੜੀ ਪੜਾਂਗੇ ਆਪਾਂ, ਇਹ ਪੰਜਵੀਂ ਪੌੜੀ ਹੈ ਸੱਤੇ ਬਲਵੰਡ ਦੀ ਵਾਰ ਦੀ। ਸੋ ਸੱਤੇ ਬਲਵੰਡ ਦੀ ਵਾਰ ਵਿੱਚ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਇਸ ਤਰ੍ਹਾਂ ਜਸ ਗਾਇਨ ਕੀਤਾ। ਇੱਕ ਸ਼ਬਦ ਹੈ ਸ਼ੁਰੂ ਦੇ ਵਿੱਚ ਆਊਗਾ, ਫੇਰ ਵਸਾਇਆ ਫੇਰੂਆਣ। ਇਹ ਜਿਹੜਾ ਫੇਰੂਆਣ ਆ ਨਾ, ਉਹਨਾਂ ਦੇ ਪਿਤਾ ਫੇਰੂਮੱਲ ਦਾ ਨਾਮ ਇੱਥੇ ਅੰਕਿਤ ਕੀਤਾ, ਕਿਉਂਕਿ ਫੇਰ ਸ਼ਬਦ ਤਾਂ ਪਹਿਲਾਂ ਆ ਗਿਆ ਨਾ, ਫੇਰ ਵਸਾਇਆ ਫੇਰੂਆਣ, ਹਨਾ। ਫੇਰੂਆਣ ਉੱਤੇ ਰਾਰੇ ਨੂੰ ਔਂਕੜ ਲੱਗੀ, ਰੂ ਪੂਰਾ ਨਹੀਂ ਕਰਨਾ, ਥੋੜ੍ਹੀ ਜਿਹੀ ਸੌਣ ਦੇਣੀ, ਫੇਰੂਆਣ ਇਸ ਤਰ੍ਹਾਂ। ਸੋ ਆਓ ਆਪਾਂ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਇੱਕ ਮੰਗਲ ਹੋਰ ਕਰਦੇ ਹਾਂ ਸਤਿਗੁਰਾਂ ਜੀ ਦਾ। ਫੇਰ ਵਸਾਇਆ ਫੇਰਵਾਣ ਸਤਿਗੁਰ ਕਾ ਡੋਰ, ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗੁਰੂਰ। ਲੱਭ ਬਣਾਹੇ ਬਣ ਮਾਨਸਾ ਜੋ ਪਾਣੀ ਬੂਰ, ਵਰਿਆ ਦਰਗਹ ਗੁਰੂ ਕੀ ਕੁਦਰਤੀ ਨੂਰ। ਜਿਤ ਸੁਹਾਥ ਨ ਲੱਭਈ ਤੂੰ ਉਹ ਠਰੂਰ, ਨੌ ਨਿਦ ਨਾਮ ਨਿਧਾਨ ਹੈ ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ ਸੋ ਵੰਜਾ ਚੂਰ, ਨੇੜੇ ਦਿਸੈ ਮਾਤ ਲੋਕ ਤੁਧ ਸੁਝੈ ਦੂਰ। ਫੇਰ ਵਸਾਇਆ ਫੇਰਵਾਣ ਸਤਿਗੁਰ ਖਾਡੂਰ, ਫੇਰ ਵਸਾਇਆ ਫੇਰਵਾਣ ਸਤਿਗੁਰ ਖਾਡੂਰ। ਸੋ ਪਿਆਰੀ ਸਤ ਸੰਗਤ ਜੀ, ਅਸੀਂ ਅੱਜ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਭਾਵ ਦੂਸਰੇ ਗੁਰੂ ਜੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਸਾਂਝੀਆਂ ਕਰ ਰਹੇ ਹਾਂ। ਆਓ ਹੁਣ ਆਪਾਂ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਉੱਤੇ ਇਤਿਹਾਸਕ ਝਾਤ ਮਾਰੀਏ। ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੀ ਮੁੱਢਲੀ ਜਾਣਕਾਰੀ ਇਸ ਪ੍ਰਕਾਰ ਹੈ। ਗੁਰੂ ਅੰਗਦ ਦੇਵ ਜੀ ਬਚਪਨ ਤੋਂ ਹੀ ਭਗਤੀ ਭਾਵ ਵਾਲੇ ਤੇ ਇਮਾਨਦਾਰ ਸਨ। ਉਹ ਜਨਮ ਤੋਂ ਹੀ ਗੁਣਾਂ ਦੇ ਖਜ਼ਾਨੇ ਅਤੇ ਗੁਣਾਂ ਦਾ ਅਵਤਾਰ ਸਨ। ਜੋ ਸਿੱਖੀ ਦਾ ਮਾਰਗ ਗੁਰੂ ਨਾਨਕ ਦੇਵ ਜੀ ਨੇ ਚਲਾਇਆ ਸੀ, ਉਸ ਨੂੰ ਬਹੁਤ ਹੀ ਚੰਗੀ ਤਰ੍ਹਾਂ ਅਤੇ ਦੂਰ ਅੰਦੇਸ਼ੀ ਦੇ ਨਾਲ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਅੱਗੇ ਵਧਾਇਆ। ਉਹਨਾਂ ਵਿੱਚ ਆਗਿਆਕਾਰੀ ਅਤੇ ਮਾਨਵਤਾਵਾਦੀ ਦੇ ਨਿਵੇਕਲੇ ਹੀ ਗੁਣ ਸਨ। ਉਹ ਮਿੱਠ ਬੋਲੜੇ ਅਤੇ ਸ਼ਾਂਤਮਈ ਸਰੂਪ ਵਾਲੇ ਸਨ। ਉਹਨਾਂ ਦੀ ਇੱਕ ਝਲਕ ਦੇ ਨਾਲ ਲੋਕਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਸੀ। ਉਹ ਚਮਤਕਾਰ ਵਿਖਾਉਣ ਵਿੱਚ ਵਿਸ਼ਵਾਸ ਨਹੀਂ ਰੱਖਦੇ ਸੀ। ਭਾਵੇਂ ਖੰਡੂਰ ਦੇ ਕਿਸਾਨਾਂ ਨੇ ਉਹਨਾਂ ਦਾ ਨਿਰਾਦਰ ਕੀਤਾ, ਪਰ ਗੁਰੂ ਅੰਗਦ ਦੇਵ ਜੀ ਨੇ ਕਿਸੇ ਵੀ ਸ਼ਕਤੀ ਦਾ ਇਸਤੇਮਾਲ ਨਹੀਂ ਕੀਤਾ। ਜਦੋਂ ਸਿੱਧਾ ਨੇ ਪੁੱਛਿਆ ਸੀ ਕਿ ਗੁਰੂ ਨਾਨਕ ਦੇਵ ਜੀ ਤੁਹਾਡੇ ਅੱਗੇ ਕਿਉਂ ਝੁਕੇ ਸਨ, ਤਾਂ ਉਸ ਵੇਲੇ ਗੁਰੂ ਅੰਗਦ ਦੇਵ ਜੀ ਦੀਆਂ ਅੱਖਾਂ ਜਲ ਨਾਲ ਭਰ ਆਈਆਂ ਅਤੇ ਉਹਨਾਂ ਨੇ ਕਿਹਾ, ਬੱਚੇ ਨੂੰ ਚਿੱਕੜ ਵਿੱਚੋਂ ਕੱਢਣ ਵਾਸਤੇ ਪਿਤਾ ਨੂੰ ਝੁਕਣਾ ਹੀ ਪੈਂਦਾ ਹੈ। ਪਿਤਾ ਬੱਚੇ ਅੱਗੇ ਨਹੀਂ ਝੁਕ ਰਿਹਾ ਹੁੰਦਾ, ਉਹ ਤਾਂ ਬੱਚੇ ਨੂੰ ਦੁੱਖ ਵਿੱਚੋਂ ਬਾਹਰ ਕੱਢ ਕੇ ਸਾਫ਼ ਸੁਥਰਾ ਅਤੇ ਸੁਖੀ ਜੀਵਨ ਦੇ ਰਿਹਾ ਹੁੰਦਾ ਹੈ। ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਅੱਖਰ ਤਿਆਰ ਕੀਤੇ
ਅਤੇ ਉਹਨਾਂ ਨੂੰ ਇਕਸਾਰਤਾ ਦੇ ਕੇ ਗੁਰਮੁਖੀ ਲਿਪੀ ਤਿਆਰ ਕੀਤੀ। ਉਹਨਾਂ ਨੇ ਪੰਜਾਬੀ ਬੋਲੀ ਨੂੰ ਇੱਕ ਵੱਖਰੀ ਪਹਿਚਾਣ ਦਿੱਤੀ। ਬਹੁਤ ਸਾਰੇ ਸਿੱਖਾਂ ਨੂੰ ਗੁਰਮੁਖੀ ਲਿਪੀ ਸਿਖਾ ਕੇ ਕਈ ਥਾਵਾਂ ਉੱਤੇ ਪੰਜਾਬੀ ਗੁਰਮੁਖੀ ਸਕੂਲ ਵਿਦਿਆਲੇ ਖੋਲ੍ਹੇ। ਬਹੁਤ ਸਾਰੇ ਪੰਜਾਬੀ ਦੇ ਪਰਚੇ ਵੰਡੇ ਗਏ ਤਾਂ ਕਿ ਲੋਕ ਗੁਰਬਾਣੀ ਤੋਂ ਚੰਗੀ ਤਰ੍ਹਾਂ ਜਾਣੂ ਹੋ ਸਕਣ। ਗੁਰੂ ਅੰਗਦ ਦੇਵ ਜੀ ਗੁਣਾਂ ਦੇ ਖਜ਼ਾਨੇ ਤੇ ਦੂਰ ਅੰਦੇਸ਼ੀ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਚਲਾਏ ਮਾਰਗ ਸਿੱਖੀ ਧਰਮ ਨੂੰ ਹੋਰ ਪਰਪੱਕ ਕਰਨ ਲਈ ਅਤੇ ਅੱਗੇ ਵਧਾਉਣ ਵਾਸਤੇ ਬਹੁਤ ਮਿਹਨਤ ਕੀਤੀ। ਇਹ ਉਹਨਾਂ ਦੀਆਂ ਜੀਵਨ ਸਾਖੀਆਂ ਵਿੱਚੋਂ ਦੇਖਿਆ ਜਾ ਸਕਦਾ ਹੈ। ਇਹ ਉਹਨਾਂ ਦੀਆਂ ਜੀਵਨ ਸਾਖੀਆਂ ਵਿੱਚੋਂ ਦੇਖਿਆ ਜਾ ਸਕਦਾ ਹੈ। ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਹੀ ਸਿੱਖ ਇਤਿਹਾਸ ਲਿਖਣਾ ਸ਼ੁਰੂ ਹੋਇਆ ਸੀ। ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੇੜੇ ਤੋਂ ਹੀ ਸਿੱਖ ਇਤਿਹਾਸ ਲਿਖਣਾ ਸ਼ੁਰੂ ਹੋਇਆ ਸੀ। ਉਹਨਾਂ ਨੇ ਸਿੱਖ ਇਤਿਹਾਸ ਲਿਖਣ ਦੀ ਸ਼ੁਰੂਆਤ ਭਾਈ ਬਾਲਾ ਜੀ ਪਾਸੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਜਨਮ ਸਾਖੀ ਲਿਖਵਾ ਕੇ ਕੀਤੀ ਅਤੇ ਗੁਰੂ ਨਾਨਕ ਦੇਵ ਜੀ ਦੀ ਬਹੁਤ ਸਾਰੀ ਬਾਣੀ ਇਕੱਤਰ ਕਰਕੇ ਲਿਖੀ। ਉਹ ਗੁਰੂ ਨਾਨਕ ਦੇਵ ਜੀ ਦੇ ਗਿਆਨ ਮਾਰਗ ਸਕੂਲ ਦੇ ਸੂਝਵਾਨ ਪ੍ਰਿੰਸੀਪਲ ਸਨ। ਉਹਨਾਂ ਨੇ ਗੁਰਸਿੱਖੀ ਦੇ ਅਸੂਲ ਦੂਰ ਦੂਰ ਤੱਕ ਫੈਲਾਏ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੱਖ ਧਰਮ ਨੂੰ 5 ਕਕਾਰਾਂ ਦੀ ਦੇਣ ਦਿੱਤੀ, 5 ਸੰਸਕਾਰਾਂ ਦੀ ਦੇਣ ਦਿੱਤੀ, ਜੋ ਹਰ ਗੁਰਸਿੱਖ ਵਾਸਤੇ ਜ਼ਰੂਰੀ ਸਨ। ਉਹਨਾਂ ਵੱਲੋਂ ਦਿੱਤੇ ਗਏ 5 ਸੰਸਕਾਰ ਇਹ ਸਨ: ਜਨਮ ਸੰਸਕਾਰ, ਵਿਦਿਆ ਸੰਸਕਾਰ, ਅੰਮ੍ਰਿਤ ਸੰਸਕਾਰ, ਵਿਆਹ ਸੰਸਕਾਰ ਤੇ ਮ੍ਰਿਤਕ ਸੰਸਕਾਰ। ਗੁਰੂ ਅੰਗਦ ਦੇਵ ਜੀ ਤੇ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਲੰਗਰ ਦੀ ਪ੍ਰਥਾ ਨੂੰ ਬੜੇ ਪ੍ਰੇਮ ਨਾਲ ਬਿਨਾਂ ਭੇਦਭਾਵ ਤੋਂ ਚਲਾਈ ਰੱਖਿਆ। ਜਿਹੜੀਆਂ ਥਾਵਾਂ ਤੇ ਗੁਰੂ ਨਾਨਕ ਦੇਵ ਜੀ ਗਏ ਸਨ, ਉਹਨਾਂ ਵਿੱਚੋਂ ਕਈ ਥਾਵਾਂ ਦੀ ਗੁਰੂ ਅੰਗਦ ਦੇਵ ਜੀ ਨੇ ਆਪ ਯਾਤਰਾ ਕੀਤੀ ਅਤੇ ਉੱਥੋਂ ਦੀ ਮਰਜ਼ਾਦਾ ਨੂੰ ਹੋਰ ਪੱਕਿਆਂ ਕੀਤਾ। ਉਹਨਾਂ ਦੀ ਗੁਰਤਾ ਗੱਦੀ ਸਮੇਂ ਭਾਵੇਂ ਹੀ ਮੁਗਲ ਰਾਜ ਦਾ ਜ਼ੁਲਮ ਜ਼ੋਰਾਂ ਤੇ ਸੀ, ਪਰ ਗੁਰੂ ਅੰਗਦ ਦੇਵ ਜੀ ਨੇ ਸਿੱਖੀ ਦਾ ਬਹੁਤ ਵਿਸਥਾਰ ਕੀਤਾ। ਉਹਨਾਂ ਨੇ ਧੱਕੇਸ਼ਾਹੀ ਅਤੇ ਜ਼ੁਲਮ ਦੇ ਵਿਰੁੱਧ ਵੀ ਡਟ ਕੇ ਪ੍ਰਚਾਰ ਕੀਤਾ। ਗੁਰੂ ਜੀ ਮੱਲਾਂ ਦੇ ਅਖਾੜੇ ਲਗਵਾ ਕੇ ਘੋਲ ਕਰਾਇਆ ਕਰਦੇ ਸਨ। ਪੁਰਾਣੇ ਲੋਕ ਵਪਾਰੀ ਹੋਣ ਦੇ ਨਾਲ ਨਾਲ ਤਾਕਤਵਰ ਵੀ ਹੁੰਦੇ ਸੀ ਤਾਂ ਕਿ ਛੇਤੀ ਕਿਤੇ ਉਹਨਾਂ ਦੀ ਕੋਈ ਲੁੱਟਮਾਰ ਨਾ ਕਰ ਸਕੇ। ਗੁਰੂ ਜੀ ਦੇ ਬਚਨ ਬਹੁਤ ਸਾਦੇ ਅਤੇ ਸਮਝ ਵਿੱਚ ਆਉਣ ਵਾਲੇ ਸਨ। ਅਲੱਗ-ਅਲੱਗ ਇਤਿਹਾਸਕਾਰਾਂ ਨੇ ਉਹਨਾਂ ਬਾਰੇ ਬਹੁਤ ਹੀ ਵਧੀਆ ਲਿਖਿਆ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਰਿਵਾਰਕ ਪਿਛੋਕੜ, ਜਿਸ ਦੀ ਜਾਣਕਾਰੀ ਆਪਾਂ ਇਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ ਕਿ ਸੂਰਜਮਲ ਦੇ ਬੇਟੇ ਕੀਰਤੀਮਲ, ਅੱਗੇ ਕੀਰਤੀਮਲ ਦੇ ਬੇਟੇ ਫੇਰੂਮਲ, ਸੂਰਜਮਲ ਦੇ ਬੇਟੇ ਕੀਰਤੀਮਲ, ਕੀਰਤੀਮਲ ਦੇ ਬੇਟੇ ਫੇਰੂਮਲ। ਇਹ ਪਿੰਡ ਮੰਗੋਵਾਲ, ਗੁਜਰਾਤ, ਪਿੰਡ ਮੰਗੋਵਾਲ ਜ਼ਿਲ੍ਹਾ ਗੁਜਰਾਤ ਅੱਜ ਕੱਲ੍ਹ ਪਾਕਿਸਤਾਨ ਵਿੱਚ ਪੈਂਦਾ ਹੈ। ਉੱਥੋਂ ਦੇ ਪੱਕੇ ਵਸਨੀਕ ਸਨ ਮੰਗੋਵਾਲ ਦੇ।
ਜੋ ਤ੍ਰੇਣ ਖੱਤਰੀ ਬਰਾਦਰੀ ਨਾਲ ਸੰਬੰਧ ਰੱਖਦੇ ਸੀ, ਤ੍ਰੇਣ ਖੱਤਰੀ ਬਰਾਦਰੀ ਦੇ ਨਾਲ ਸੰਬੰਧ ਰੱਖਦੇ ਸੀ ਅਤੇ ਅਮੀਰ ਲੋਕਾਂ ਦੀ ਗਿਣਤੀ ਵਿੱਚ ਆਉਂਦੇ ਸਨ। ਫੇਰੂਮਲ ਦੀ ਪਤਨੀ ਦਾ ਨਾਮ ਸਭਰਾਈ ਸੀ। ਕਈਆਂ ਨੇ ਦਿਆਲ ਕੌਰ ਵੀ ਲਿਖਿਆ, ਬਟ ਉਸ ਜ਼ਮਾਨੇ ਦੇ ਵਿੱਚ ਦਿਆਲ ਜਿਹੜਾ ਕੌਰ ਸ਼ਬਦ ਨਹੀਂ ਹੁੰਦਾ ਸੀ ਔਰਤ ਦੇ ਨਾਲ, ਉਹ ਬਾਅਦ ਦੇ ਵਿੱਚ ਇਤਿਹਾਸਕਾਰਾਂ ਨੇ ਨਾਲ ਦਿਆਲ ਕੌਰ ਜੋੜ ਦਿੱਤਾ। ਬਟ ਦਿਆਲ ਕੰਵਰ ਹੋਣਾ ਜਾਂ ਕੁਮਾਰੀ ਹੋਣਾ, ਪਰ ਕੌਰ ਸ਼ਬਦ ਨਹੀਂ ਸੀ ਉਸ ਟਾਈਮ ਤੇ। ਇਤਿਹਾਸ ਦੇ ਵਿੱਚ ਜ਼ਿਆਦਾਤਰ ਫੇਰੂਮਲ ਦੀ ਪਤਨੀ ਦਾ ਨਾਮ ਸਭਰਾਈ ਕਰਕੇ ਹੀ ਹੈ। ਦਿਆਲ ਕੌਰ ਵੀ ਬੋਲਦੇ ਆ, ਪਰ ਜਿੱਥੇ ਵੀ ਸਭਰਾਈ ਲਿਖਿਆ ਜਾਂਦਾ ਉੱਥੇ ਪ੍ਰੈਕਟ ਦੇ ਵਿੱਚ ਦਿਆਲ ਕੌਰ ਲਿਖਿਆ ਜਾਂਦਾ ਹੈ। ਇਹ ਪਰਿਵਾਰ ਵਪਾਰ ਵਿੱਚ ਘਾਟਾ ਪੈਣ ਕਰਕੇ ਪਿੰਡ ਮੰਗੋਵਾਲ ਨੂੰ ਛੱਡ ਕੇ ਪਿੰਡ ਮੱਤੇ ਦੀ ਸਰਾਂ, ਜਿਸ ਨੂੰ ਅਸੀਂ ਅੱਜ ਕੱਲ੍ਹ ਨਾਗੇ ਦੀ ਸਰਾਂ ਵੀ ਕਹਿੰਦੇ ਹਾਂ ਜਾਂ ਸਰਾਏ ਨਾਗਾ ਵੀ ਕਹਿੰਦੇ ਹਾਂ, ਜੋ ਮੁਕਤਸਰ ਸਾਹਿਬ ਜੀ ਦੇ ਨਾਲ ਨੇੜੇ ਹੀ ਪੈਂਦਾ ਹੈ, ਜ਼ਿਲ੍ਹਾ ਫਰੀਦਕੋਟ ਦੇ ਵਿੱਚ। ਸੋ ਅੱਜ ਕੱਲ੍ਹ ਮੁਕਤਸਰ ਹੀ ਜ਼ਿਲ੍ਹਾ ਬਣ ਗਿਆ। ਸੋ ਮੁਕਤਸਰ ਦੇ ਨਾਲ ਹੀ ਇਹ ਪਿੰਡ ਹੈ ਸਰਾਏ ਨਾਗਾ। ਇਹਦਾ ਪੁਰਾਣਾ ਨਾਮ ਨਾਗੇ ਦੀ ਸਰਾਏ ਸੀ, ਉਸ ਤੋਂ ਪਹਿਲਾਂ ਇਸ ਦਾ ਨਾਮ ਮੱਤੇ ਦੀ ਸਰਾਂ ਸੀ। ਬਾਬਾ ਫੇਰੂਮਲ ਜੀ ਨੇ ਇੱਥੇ ਨਾਗੇ ਦੀ ਸਰਾਂ ਜਾਂ ਮੱਤੇ ਦੀ ਸਰਾਂ ਵਿੱਚ ਆ ਕੇ ਆਪਣਾ ਵਾਸਾ ਕਰ ਲਿਆ। ਬਾਬਾ ਫੇਰੂਮਲ ਜੀ ਨੇ ਇੱਥੇ 70 ਪਿੰਡਾਂ ਦੇ ਮਾਲਕ ਚੌਧਰੀ ਤਖਤ ਮੱਲ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਬਾਬਾ ਫੇਰੂਮਲ ਜੀ ਦੇ 7 ਬੇਟੇ ਤੇ 1 ਬੇਟੀ ਸੀ। ਮਾਤਾ ਫਰਾਈ ਜੀ ਬਾਬਾ ਫੇਰੂਮਲ ਜੀ ਦੀ ਮੂੰਹ ਬੋਲੀ ਧਰਮ ਭੈਣ ਸੀ। ਮਾਤਾ ਫਰਾਈ ਜੀ ਸ੍ਰੀ ਬਾਬਾ ਫੇਰੂਮਲ ਜੀ ਦੀ ਮੂੰਹ ਬੋਲੀ ਭੈਣ ਸੀ, ਜਿਸ ਨੂੰ ਅਸੀਂ ਪੰਜਾਬੀ 'ਚ ਕਹਿੰਦੇ ਧਰਮ ਭੈਣ ਸੀ, ਜੋ ਖਹਿਰਿਆਂ ਦੇ ਖਨੂਰ ਵਿਖੇ ਮਹਿਮੇ ਚੌਧਰੀ ਦੇ ਨਾਲ ਵਿਆਹੀ ਹੋਈ ਸੀ। ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਮਾਤਾ ਫਰਾਈ ਜੀ ਦੇ ਘਰ ਖੰਡੂਰ ਵਿਖੇ ਆਏ ਹੋਏ ਸੀ। ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਮਾਤਾ ਫਰਾਈ ਜੀ ਦੇ ਘਰ ਖੰਡੂਰ ਸਾਹਿਬ ਵਿਖੇ ਆਏ ਹੋਏ ਸਨ। ਸਾਹਿਬ ਤਾਂ ਆਪਾਂ ਬਾਅਦ ਚ ਲਾਉਣੇ, ਪਹਿਲਾਂ ਉਹਦਾ ਨਾਮ ਖੰਡੂਰ ਹੀ ਸੀ। ਉੱਥੇ ਬਾਬਾ ਫੇਰੂਮਲ ਜੀ ਵੀ ਵਪਾਰਕ ਸਿਲਸਿਲੇ ਵਿੱਚ ਗਏ ਹੋਏ ਸਨ ਅਤੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ। ਬਾਬਾ ਫੇਰੂਮਲ ਜੀ ਨੂੰ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ ਸਨ ਕਿ ਤੁਹਾਡੇ ਘਰ ਇੱਕ ਮਹਾਨ ਆਤਮਾ ਜਨਮ ਲਵੇਗੀ, ਜੋ ਅੱਗੇ ਜਾ ਕੇ ਗੁਰੂ ਬਣੇਗੀ ਅਤੇ ਜਗਤ ਦੀ ਤਾਰਨਹਾਰ ਹੋਵੇਗੀ। ਜਦੋਂ ਗੁਰੂ ਨਾਨਕ ਦੇਵ ਜੀ ਜਾਣ ਲੱਗੇ ਤਾਂ ਮਾਤਾ ਫਰਾਈ ਜੀ ਨੇ ਬੇਨਤੀ ਕੀਤੀ ਗੁਰੂ ਨਾਨਕ ਦੇਵ ਜੀ ਨੂੰ ਕਿ ਤੁਸੀਂ ਨਾ ਜਾਵੋ, ਹੁਣ ਇੱਥੇ ਹੋਰ ਸਮਾਂ ਰਹੋ। ਤਾਂ ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਇੱਕ ਅਗੰਮੀ ਹੀ ਰਮਜ ਦੇ ਵਿੱਚ ਬਚਨ ਕੀਤਾ, ਹੁਣ ਕਿਉਂ ਅਸੀਂ ਦੂਜੇ ਜਨਮ ਵਿੱਚ ਯਾਨੀ ਕਿ ਦੂਸਰੇ ਗੁਰੂ ਦੇ ਰੂਪ ਦੇ ਵਿੱਚ ਇੱਥੇ ਇਸੇ ਪਲੰਘ ਦੇ ਉੱਤੇ ਬੈਠ ਕੇ ਬਹੁਤ ਲੰਮਾ ਸਮਾਂ ਭਗਤੀ ਕਰਾਂਗੇ ਤੇ ਇੱਥੇ ਹੀ ਰਹਾਂਗੇ। ਸੋ ਹੁਣ ਆਪਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦੀ ਜਾਣਕਾਰੀ ਪ੍ਰਾਪਤ ਕਰੀਏ। ਗੁਰੂ ਅੰਗਦ ਦੇਵ ਜੀ ਦਾ ਜਨਮ ਵਿਸਾਖ ਸੁਦੀ 1 ਬਿਕਰਮੀ ਸੰਮਤ 1561 ਯਾਨੀ ਕਿ ਦੇਸੀ ਸਾਲ। ਦੇਸੀ ਸਾਲ ਨੂੰ ਅੱਜ ਕੱਲ੍ਹ ਕੋਈ ਕਲੈਕਟ ਨਹੀਂ ਕਰਦਾ ਗਾ। ਪੜ੍ਹੀ ਲਿਖੀ ਦੁਨੀਆ, ਪੜ੍ਹਿਆ ਲਿਖਿਆ ਜ਼ਮਾਨਾ, ਸਾਇੰਸ ਦਾ ਜ਼ਮਾਨਾ, ਸੋ ਆਪਾਂ ਉਂਝ ਐਡ ਕਰ ਲੈਂਦੇ ਦੱਸਣ ਵੇਲੇ ਜਾਂ ਇਤਿਹਾਸ ਲਿਖਣ ਵੇਲੇ ਦੇਸੀ ਸਾਲ ਜ਼ਰੂਰ ਲਿਖਣਾ ਪੈਂਦਾ ਹੈ। ਵਿਸਾਖ ਸੁਦੀ 1 ਬਿਕਰਮੀ ਸੰਨ 1561, ਬਟ ਆਪਾਂ ਅੰਗਰੇਜ਼ੀ ਸਾਲ ਜਿਸ ਨੂੰ ਈਸਵੀ ਸਨ ਕਿਹਾ ਜਾਂਦਾ ਹੈ, ਅੰਗਰੇਜ਼ੀ ਸਾਲ ਦੇ ਮੁਤਾਬਕ ਸਨ 23 ਅਪ੍ਰੈਲ 23 ਅਪ੍ਰੈਲ 1504 ਵਿੱਚ ਦਿਨ ਐਤਵਾਰ ਨੂੰ ਮੱਤੇ ਦੀ ਸਰਾਏ ਵਿੱਚ ਪਿਤਾ ਫੇਰੂਮਲ ਜੀ ਦੇ ਘਰ ਮਾਤਾ ਸਭਰਾਈ ਜੀ ਦੀ ਪਾਵਨ ਕੁੱਖ ਵਿੱਚੋਂ
ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ। ਜਨਮ ਤੋਂ ਬਾਅਦ ਬਾਲਕ ਦਾ ਨਾਮ ਲਹਿਣਾ ਰੱਖਿਆ। ਜਨਮ ਤੋਂ ਹੀ ਭਾਈ ਲਹਿਣਾ ਜੀ ਭਗਤੀ ਭਾਵ ਵਾਲੇ ਸਨ। ਭਗਤੀ ਭਾਈ ਲਹਿਣਾ ਜੀ ਦੇ ਨਾਲ ਜਨਮ ਤੋਂ ਹੀ ਨਾਲ ਆਈ ਸੀ। ਧੀਰਜ ਅਤੇ ਖਿਮਾ ਉਹਨਾਂ ਦੀਆਂ ਦੋ ਬਾਹਾਂ ਸਨ, ਜੋ ਬੜੀਆਂ ਹੀ ਸੋਭਦੀਆਂ ਸਨ। ਨਾ ਜਰੀ ਜਾਣ ਵਾਲੀ ਸ਼ਕਤੀ ਨੂੰ ਜਰ ਲੈਣ ਵਾਲਾ ਉਹਨਾਂ ਦਾ ਸ਼ੁਭ ਹਿਰਦਾ ਸੀ। ਇਹ ਜੋ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਅੰਗਾਂ ਦੀ ਆਪਾਂ ਵਡਿਆਈ ਕਰ ਰਹੇ ਹਾਂ, ਬਾਹਾਂ, ਉਹਨਾਂ ਦੀਆਂ ਅੱਖਾਂ, ਉਹਨਾਂ ਦੀਆਂ ਲੱਤਾਂ, ਸੋ ਉਹਨਾਂ ਦਾ ਚਿਹਰਾ, ਇਹ ਕਵੀ ਸੰਤੋਖ ਸਿੰਘ ਜੀ ਸੂਰਜ ਪ੍ਰਕਾਸ਼ ਦੇ ਵਿੱਚ ਇੱਕ ਕਵਿਤਾ ਦੇ ਰੂਪ ਵਿੱਚ ਗੁਰੂ ਅੰਗਦ ਦੇਵ ਜੀ ਦੀ ਵਡਿਆਈ ਕਰਦੇ ਹਨ, ਜਿਸ ਨੂੰ ਆਪਾਂ ਸ਼ਬਦਾਂ ਦੇ ਵਿੱਚ ਬੋਲ ਰਹੇ ਹਾਂ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਬਾਹਾਂ ਉਹਨਾਂ ਦੀਆਂ ਖਿਮਾ ਤੇ ਧੀਰਜ ਸਨ। ਨਾ ਜਰੀ ਜਾਣ ਵਾਲੀ ਸ਼ਕਤੀ ਨੂੰ ਜਰ ਲੈਣ ਵਾਲਾ ਉਹਨਾਂ ਦਾ ਸ਼ੁਭ ਹਿਰਦਾ ਸੀ। ਮਿੱਤਰਤਾ ਤੇ ਆਨੰਦਤਾ ਉਹਨਾਂ ਦੀਆਂ ਦੋ ਲੱਤਾਂ ਸ਼ੋਭਦੀਆਂ ਸਨ। ਕਿਰਪਾ ਰੂਪੀ ਲੱਕ ਦੀ ਉਹਨਾਂ ਨੇ ਅਤ ਸੁੰਦਰਤਾ ਪਾਈ ਹੋਈ ਸੀ। ਸ਼ਰਧਾ ਤੇ ਸਤਿਕਾਰ ਰੂਪੀ ਉਹਨਾਂ ਦਾ ਮੁਖੜਾ ਸੀ ਅਤੇ ਪ੍ਰੇਮ ਰੂਪੀ ਉਹਨਾਂ ਦਾ ਮਨ ਸੀ। ਅੰਤਰੀਵ ਤੇ ਬਾਹਰਲੀਆਂ ਇੰਦਰੀਆਂ ਨੂੰ ਵਸ ਕਰਨ ਵਾਂਗ ਉਹਨਾਂ ਦੇ ਕੰਨ ਸ਼ੋਭਾ ਦਿੰਦੇ ਸਨ। ਧਿਆਨ ਤੇ ਲਿਵ ਲਾਉਣ ਦਾ ਜੋ ਕਰਮ ਹੈ, ਉਹ ਉਹਨਾਂ ਦੇ ਨੈਣ ਸ਼ੋਭਾ ਦਿੰਦੇ ਸਨ। ਗਿਆਨ ਰੂਪੀ ਸਿਰ ਵਿਰਾਜਿਤ ਸੀ ਅਤੇ ਉਹਨਾਂ ਉੱਤੇ ਸਤਸੰਗ ਰੂਪੀ ਸ਼ਿੰਗਾਰ ਫੱਬ ਰਿਹਾ ਸੀ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦਾ ਬਚਪਨ ਇਸ ਪ੍ਰਕਾਰ ਸੀ। ਭਾਈ ਲਹਿਣਾ ਜੀ ਦਾ ਬਚਪਨ ਬੜੇ ਚਾਵਾਂ ਤੇ ਲਾਡਾਂ ਨਾਲ ਬਤੀਤ ਹੋਇਆ। ਉਹ ਬਚਪਨ ਤੋਂ ਹੀ ਬਹੁਤ ਹੋਣਹਾਰ ਤੇ ਚੰਗੇ ਸੁਭਾਅ ਦੇ ਸਨ। ਭਾਈ ਲਹਿਣਾ ਜੀ ਦੇ ਮਾਤਾ ਸਭਰਾਈ ਜੀ ਬਹੁਤ ਹੀ ਚੰਗੇ ਤੇ ਰੱਬ ਨੂੰ ਪਿਆਰ ਕਰਨ ਵਾਲੇ ਅਤੇ ਧਾਰਮਿਕ ਖਿਆਲਾਂ ਦੇ ਸਨ। ਉਹ ਹਮੇਸ਼ਾ ਬਾਲਕ ਲਹਿਣਾ ਜੀ ਨੂੰ ਗੁਰੂਆਂ, ਪੀਰਾਂ ਅਤੇ ਸੰਤਾਂ ਮਹਾਤਮਾ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ। ਰਾਤ ਨੂੰ ਸੌਣ ਵੇਲੇ ਵੀ ਬਹੁਤ ਸਾਰੀਆਂ ਰੱਬੀ ਗੱਲਾਂ, ਕਥਾ ਕਹਾਣੀਆਂ ਸੁਣਾਉਂਦੇ ਸਨ। ਕਈ ਵਾਰ ਬਾਲਕ ਲਹਿਣਾ ਜੀ ਆਪਣੀ ਮਾਤਾ ਤੋਂ ਕਹਾਣੀਆਂ ਸੁਣ ਕੇ ਛੋਟੇ ਛੋਟੇ ਸਵਾਲ ਵੀ ਕਰਿਆ ਕਰਦੇ ਸਨ। ਇਹ ਹੁਣ ਗੱਲਾਂ ਅੱਜ ਕੱਲ੍ਹ ਹੈ ਨਹੀਂ ਆ। ਕੋਈ ਮਾਂ ਬਾਪ ਆਪਣੇ ਬੱਚਿਆਂ ਨੂੰ ਕਹਾਣੀਆਂ ਨਹੀਂ ਸੁਣਾਉਂਦਾ, ਸਾਖੀਆਂ ਨਹੀਂ ਸੁਣਾਉਂਦਾ ਰਾਤ ਨੂੰ। ਬਸ ਸੁਬਾਹ ਉੱਠਦਿਆਂ ਹੀ ਅੱਖ ਖੁੱਲ੍ਹਣ ਤੋਂ ਪਹਿਲਾਂ ਫੋਨ 'ਤੇ ਹੱਥ ਵੱਜਦਾ, ਉਸੇ ਨੂੰ ਦੇਖਦੇ ਹਾਂ ਸਾਰਾ ਦਿਨ, ਫਿਰ ਉਸੇ ਨੂੰ ਦੇਖਦੇ ਰਹਿੰਦੇ ਹਾਂ। ਸਾਡੇ ਕੋਲੇ ਖਾਣਾ ਖਾਣ ਵੇਲੇ ਖਾਣੇ ਵਿੱਚ ਮੌਜੂਦ ਹੋਣ ਦਾ ਵੀ ਟਾਈਮ ਨਹੀਂ ਹੈ। ਆਪਣੀ ਪੇਰੈਂਟਸ ਦੇ ਨਾਲ ਗੱਲ ਕਰਨ ਦਾ ਵੀ ਟਾਈਮ ਨਹੀਂ ਹੈ। ਰਾਤ ਨੂੰ ਫੋਨ ਦੇਖਦਿਆਂ ਹੀ ਸੌਂ ਜਾਂਦੇ ਆ। ਇਸ ਕਰਕੇ ਭਾਵੇਂ ਅੱਜ ਦੇ ਟੈਕਨੀਕ ਜ਼ਮਾਨੇ ਦੇ ਵਿੱਚ ਅਸੀਂ ਬਹੁਤ ਅੱਗੇ ਲੰਘ ਗਏ ਹਾਂ, ਨੈੱਟ ਤੋਂ ਅਸੀਂ ਬਹੁਤ ਸਾਰੀ ਧਰਮ ਦੀ ਜਾਣਕਾਰੀ ਪ੍ਰਾਪਤ ਕਰ ਲਈ ਹੈ, ਪਰ ਮਨ ਕਰਕੇ, ਆਤਮਾ ਕਰਕੇ, ਜੀਵਨ ਕਰਕੇ ਅਸੀਂ ਖਾਲੀ ਹਾਂ ਤੇ ਨਿਗੁਣੇ ਹਾਂ। ਸਾਡਾ ਧਰਮ ਨਾ, ਸਿੱਖੀ ਨਾ, ਆਪਣੇ ਧਰਮ ਦੇ ਨਾਲ, ਇਨਸਾਨੀਅਤ ਨਾਲ, ਗੁਰੂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ। ਤੇ ਬੱਚਿਆਂ ਨੂੰ ਅਸੀਂ ਸੁਣਾਈਏ ਕੀ, ਤੇ ਬੱਚੇ ਸਾਡੇ ਕੋਲੋਂ ਉਹਦੇ ਸਵਾਲ ਜਵਾਬ ਕੀ ਕਰਨਗੇ, ਸਵਾਲ ਕੀ ਕਰਨਗੇ ਜਦੋਂ ਸੁਣਾਉਣਾ ਹੀ ਕੁਛ ਨਹੀਂ, ਜਦੋਂ ਉਹਨਾਂ ਨੇ ਸੁਣਨਾ ਹੀ ਕੁਛ ਨਹੀਂ, ਤੇ ਸਵਾਲ ਉਹਨਾਂ ਨੇ ਕੀ ਕਰਨੇ ਆ। ਪਰ ਭਾਈ ਲਹਿਣਾ ਜੀ ਆਪਣੀ ਮਾਤਾ ਜੀ ਕੋਲੋਂ ਕਥਾ ਕਹਾਣੀਆਂ ਸੁਣਦੇ ਸਨ ਤੇ ਵਿੱਚੋਂ ਛੋਟੇ ਛੋਟੇ ਸਵਾਲ ਵੀ ਕਰਦੇ ਸਨ। ਮਾਤਾ ਜੀ ਉਹਨਾਂ ਦੇ ਸਵਾਲਾਂ ਦਾ ਜਵਾਬ ਬੜੇ ਪਿਆਰ ਨਾਲ ਦਿੰਦੇ ਸਨ। ਇਸ ਤਰ੍ਹਾਂ ਭਾਈ ਲਹਿਣਾ ਜੀ ਆਪਣੀ ਮਾਤਾ ਜੀ ਦੇ ਭਗਤੀ ਭਾਵ ਵਾਲੇ ਪਰਛਾਵੇਂ ਹੇਠ ਪਾਲਣ ਪੋਸ਼ਣ ਵਿੱਚ ਪਲੇ ਅਤੇ ਵੱਡੇ ਹੋਏ। ਉਹ ਬਚਪਨ ਤੋਂ ਹੀ ਰੱਬੀ ਗੁਣਾਂ ਦੇ ਮਾਲਕ ਸੀ। ਮਾਤਾ ਕੋਲੋਂ ਸੁਣੀਆਂ ਸਾਖੀਆਂ ਨੇ ਉਹਨਾਂ ਨੂੰ ਪ੍ਰਮਾਤਮਾ ਦੇ ਹੋਰ ਨੇੜੇ ਕਰ ਦਿੱਤਾ ਸੀ। ਉਹ ਪ੍ਰਮਾਤਮਾ ਨੂੰ ਮਿਲਣ ਵਾਸਤੇ ਨਿੱਤ ਨਵੀਆਂ ਸੋਚਾਂ ਸੋਚਦੇ ਰਹਿੰਦੇ ਸਨ ਅਤੇ ਕੋਈ ਨਾ ਕੋਈ ਖੋਜ ਕਰਦੇ ਰਹਿੰਦੇ ਸੀ। ਇਸ ਪ੍ਰਕਾਰ ਉਹਨਾਂ ਦਾ ਸਰੀਰ ਵੱਧਦਾ ਗਿਆ
ਅਤੇ ਉਹ 14 ਸਾਲ ਦੇ ਹੋ ਗਏ। ਇਸ ਦੌਰਾਨ ਉਹਨਾਂ ਨੂੰ ਕੋਈ ਵੀ ਵਿਕਾਰ ਨਾ ਛੂਹ ਸਕਿਆ। ਭਾਈ ਲਹਿਣਾ ਜੀ ਦਾ ਪਰਿਵਾਰ ਬਹੁਤ ਚੰਗੇ ਅਤੇ ਅਮੀਰ ਘਰਾਣੇ ਨਾਲ ਸੰਬੰਧ ਰੱਖਦਾ ਸੀ। ਉਹਨਾਂ ਦੇ ਪਿਤਾ ਬਾਬਾ ਫੇਰੂ ਮੱਲ ਜੀ ਬਹੁਤ ਹੀ ਪੜ੍ਹੇ ਲਿਖੇ ਤੇ ਸੂਝਵਾਨ ਸਨ। ਉਹਨਾਂ ਨੇ ਉਸ ਸਮੇਂ ਦੀ ਸਭ ਤੋਂ ਮਹਿੰਗੀ ਤੇ ਉੱਚੀ ਵਿੱਦਿਆ ਹਾਸਲ ਕੀਤੀ ਹੋਈ ਸੀ। ਬਾਬਾ ਫੇਰੂ ਮੱਲ ਜੀ ਪਰਸੀਅਨ ਅਤੇ ਸੰਸਕ੍ਰਿਤੀ ਭਾਸ਼ਾ ਪੜ੍ਹ ਅਤੇ ਲਿਖ ਲੈਂਦੇ ਸਨ। ਲੇਖਾਕਾਰੀ ਯਾਨੀ ਅਕਾਊਂਟਸ ਵਿੱਚ ਤਾਂ ਉਹ ਬਹੁਤ ਹੀ ਮਾਹਰ ਸਨ। ਉਹ ਆਪਣੇ ਪੁੱਤਰ ਭਾਈ ਲਹਿਣਾ ਜੀ ਨੂੰ ਵੀ ਉੱਚੀ ਵਿੱਦਿਆ ਦੇਣਾ ਚਾਹੁੰਦੇ ਸਨ ਤਾਂ ਕਿ ਉਹਨਾਂ ਦਾ ਪੁੱਤਰ ਜ਼ਿੰਦਗੀ ਦੇ ਵਿੱਚ ਉੱਚਾ ਮੁਕਾਮ ਹਾਸਲ ਕਰ ਸਕੇ। ਉਹਨਾਂ ਦੇ ਪਿਤਾ ਨੇ ਭਾਈ ਲਹਿਣਾ ਜੀ ਵਾਸਤੇ ਅੱਛੀ ਵਿੱਦਿਆ ਸਿਖਾਉਣ ਵਾਲੇ ਅਧਿਆਪਕਾਂ ਦਾ ਪ੍ਰਬੰਧ ਕੀਤਾ। ਭਾਈ ਲਹਿਣਾ ਜੀ ਨੇ 5 ਸਾਲ ਦੀ ਉਮਰ ਵਿੱਚ ਪੜ੍ਹਾਈ ਸ਼ੁਰੂ ਕੀਤੀ। ਭਾਈ ਲਹਿਣਾ ਜੀ ਨੇ ਸਾਰੀ ਵਿੱਦਿਆ, ਹਿਸਾਬ ਕਿਤਾਬ, ਅਰਥ ਸ਼ਾਸਤਰ ਜਿਹਨੂੰ ਕਹਿੰਦੇ ਅਕਾਊਂਟਸ, ਪਰਸੀਅਨ ਭਾਸ਼ਾ, ਸੰਸਕ੍ਰਿਤੀ ਭਾਸ਼ਾ ਅਤੇ ਮਾਤਰ ਭਾਸ਼ਾ ਸ਼ਾਹਮੁਖੀ ਨੂੰ ਪੰਜਾਬੀ ਕਹਿੰਦੇ ਆ। ਸੋ ਜਿਹੜੀ ਪੰਜਾਬੀ ਹੈ ਨਾ, ਇਹ ਸਾਂਝੀ ਬੋਲੀ ਹੈ, ਪੰਜਾਬੀ ਬੋਲੀ ਹੈ, ਕਿਉਂਕਿ ਪੰਜਾਬੀ ਹੁਣ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਲੋਕ ਵੀ ਜਿਹੜੇ ਪੰਜਾਬੀ ਬੋਲਦੇ ਆ, ਅਸੀਂ ਵੀ ਪੰਜਾਬੀ ਬੋਲਦੇ। ਬੋਲਣ ਦੇ ਵਿੱਚ ਸਾਡੀ ਭਾਸ਼ਾ ਇੱਕੋ ਹੀ ਹੈ, ਬਟ ਲਿਖਣ ਦੇ ਵਿੱਚ ਸਾਡੀ ਭਾਸ਼ਾ ਵੱਖਰੀ ਵੱਖਰੀ ਹੈ ਪੰਜਾਬੀ। ਉਹ ਪਾਕਿਸਤਾਨ ਵਿੱਚ ਰਹਿਣ ਵਾਲੇ ਲੋਕ ਪੰਜਾਬੀ ਨੂੰ ਸ਼ਾਹਮੁਖੀ ਕਹਿੰਦੇ ਆ। ਸ਼ਾਹਮੁਖੀ ਮਤਲਬ ਉਰਦੂ ਦੇ ਅੱਖਰਾਂ ਵਾਂਗੂ ਉਹਦੇ ਅੱਖਰ ਲਿਖੇ ਜਾਂਦੇ ਆ ਲਿਖਣ ਵਿੱਚ। ਅਸੀਂ ਪੰਜਾਬੀ ਜਦੋਂ ਲਿਖਦੇ ਹਾਂ ਊੜਾ ਐੜਾ ਈੜੀ ਸਸਾ ਹਾਹਾ ਦੇ ਹਿਸਾਬ ਨਾਲ ਲਿਖਦੇ ਹਾਂ। ਇਸ ਤਰ੍ਹਾਂ ਸਾਡੀ ਪੰਜਾਬੀ ਭਾਸ਼ਾ ਇੱਕੋ ਹੀ ਹੈ, ਬਟ ਲਿਖਣ ਦੇ ਵਿੱਚ ਵੱਖਰੀ ਹੈ। ਫਿਰ ਇਹ ਜਿਹੜੀ ਪੰਜਾਬੀ ਭਾਸ਼ਾ ਇਹ ਸ਼ਾਹਮੁਖੀ ਹੈ, ਗੁਰਮੁਖੀ ਨਹੀਂ ਹੈ। ਅਸੀਂ ਗੁਰਮੁਖੀ ਨਹੀਂ ਕਹਿ ਸਕਦੇ ਇਸਨੂੰ। ਗੁਰਮੁਖੀ ਗੁਰਬਾਣੀ ਦੇ ਅੱਖਰ ਹਨ ਜੋ ਗੁਰਮੁਖੀ ਤੌਰ ਤੇ ਸਿੱਖੇ ਜਾਂਦੇ ਹਨ। ਸਕੂਲ ਵਿੱਚ ਸਿੱਖੀ ਪੰਜਾਬੀ ਤੇ ਗੁਰਮੁਖਾਂ ਪਾਸੋਂ ਗੁਰਬਾਣੀ ਦੇ ਆਧਾਰ ਤੇ ਸਿੱਖੀ ਹੋਈ ਗੁਰਮੁਖੀ, ਦੋ ਦੇ ਵਿੱਚ ਬਹੁਤ ਅੰਤਰ ਹੈ। ਸੋ ਇਹ ਆਪਣਾ ਵਿਸ਼ਾ ਨਹੀਂ ਹੈ, ਬਟ ਕਿਸੇ ਟਾਈਮ ਤੇ ਫਿਰ ਸਾਂਝੀ ਕਰਾਂਗੇ। ਸੋ ਸੰਸਕ੍ਰਿਤੀ ਪਰਸੀਅਨ ਤੇ ਮਾਤਰ ਭਾਸ਼ਾ ਸ਼ਾਹਮੁਖੀ ਯਾਨੀ ਪੰਜਾਬੀ ਦਾ ਬੜਾ ਮਨ ਲਾ ਕੇ ਭਾਈ ਲਹਿਣਾ ਜੀ ਨੇ ਅਭਿਆਸ ਕੀਤਾ। ਉਹ ਪੜ੍ਹਾਈ ਵਿੱਚ ਬਹੁਤ ਰੁਚੀ ਰੱਖਦੇ ਸੀ। ਉਹਨਾਂ ਦੀ ਬਾਣੀ ਵਿੱਚੋਂ ਉਹਨਾਂ ਦੀ ਵਿੱਦਿਆ ਦੀ ਜੋ ਝਲਕ ਪੈਂਦੀ ਹੈ ਉਹ ਅਸੀਂ ਦੇਖ ਸਕਦੇ ਹਾਂ। ਗੁਰੂ ਅੰਗਦ ਦੇਵ ਜੀ ਦੀ ਬਾਣੀ ਭਾਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਥੋੜ੍ਹੀ ਹੈ, 60 ਜਾਂ 62 ਸ਼ਲੋਕ ਸ਼ਬਦ ਹਨ। ਸੋ ਥੋੜ੍ਹਾ ਹੀ ਆ, ਬਟ ਉਹਨਾਂ 62 ਸ਼ਲੋਕ ਦੇ ਵਿੱਚ ਜਿਹੜਾ ਵਿਖਿਆਨ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੇ ਕੀਤਾ ਉਹ ਉਹਨਾਂ ਦੀ ਉੱਚ ਸਰਵਉੱਚਤਾ ਵਿੱਦਿਆ ਦੀ ਝਲਕ ਪਾਉਂਦਾ ਹੈ। ਭਾਈ ਲਹਿਣਾ ਜੀ ਦਿਆਲੂ, ਕਿਰਪਾਲੂ ਤੇ ਪਰਉਪਕਾਰੀ ਸੁਭਾਅ ਵਾਲੇ ਸਨ। ਹੌਲੀ ਹੌਲੀ ਉਹਨਾਂ ਦਾ ਪ੍ਰਮਾਤਮਾ ਵਿੱਚ ਹੋਰ ਵਿਸ਼ਵਾਸ ਵੱਧਦਾ ਗਿਆ। ਉਹ ਆਪਣੇ ਦੋਸਤ ਬੱਚਿਆਂ ਨਾਲ ਕੱਪੜੇ ਅਤੇ ਭੋਜਨ ਸਭ ਵੰਡ ਕੇ ਵਰਤਦੇ ਸਨ, ਭਾਵ ਵੰਡ ਲੈਂਦੇ ਸਨ, ਖਾਣਾ ਵੀ ਤੇ ਕੱਪੜੇ ਵੀ। ਸਮਾਂ ਬੀਤਦਾ ਗਿਆ ਅਤੇ ਉਹ ਪਿਤਾ ਜੀ ਨਾਲ ਵਪਾਰਕ ਕੰਮਾਂ ਵਿੱਚ ਵੀ ਹੱਥ ਵਡਾਉਣ ਲੱਗੇ। ਪਿਤਾ ਜੀ ਨੇ ਉਹਨਾਂ ਦੀ ਦੁਕਾਨਦਾਰੀ ਵਿੱਚ ਰੁਚੀ ਦੇਖ ਕੇ ਉਹਨਾਂ ਨੂੰ ਇੱਕ ਦੁਕਾਨ ਖੋਲ੍ਹ ਦਿੱਤੀ। ਪਰ ਉਹਨਾਂ ਦੇ ਮਾਤਾ ਪਿਤਾ ਜੀ ਨਹੀਂ ਜਾਣਦੇ ਸਨ ਕਿ ਅੱਗੇ ਜਾ ਕੇ ਇਹਨਾਂ ਨੇ ਤਾਂ ਦੂਸਰੇ ਗੁਰੂ ਬਣਨਾ। ਫਿਰ ਭਾਈ ਲਹਿਣਾ ਜੀ ਜਦੋਂ 14 ਸਾਲ ਦੇ ਹੋਏ ਤਾਂ ਉਹ ਭਰ ਸੋਹਣੇ ਗੱਭਰੂ ਜਵਾਨ ਨਿਕਲੇ। ਜਦੋਂ ਉਹ 14 ਸਾਲ ਦੇ ਹੋਏ ਤਾਂ ਬਹੁਤ ਸੋਹਣੇ ਗੱਭਰੂ ਜਵਾਨ ਨਿਕਲੇ। ਉਹਨਾਂ ਦੇ ਸਰੀਰ ਦੀ ਸੁੰਦਰਤਾ ਨੇ ਇੱਕ ਨਵੀਂ ਚਮਕ ਪੈਦਾ ਕੀਤੀ। ਉਹ ਬਹੁਤ ਹੀ ਆਗਿਆਕਾਰ ਅਤੇ ਸ਼ਿਸ਼ਟਾਚਾਰੀ ਸਨ। ਉਹਨਾਂ ਵਾਸਤੇ ਉਹਨਾਂ ਦੇ ਭੂਆ ਮਾਤਾ ਫਰਾਈ ਜੀ ਪਿੰਡ ਸੰਗਰ ਤੋਂ ਇੱਕ ਅਮੀਰ ਤੇ ਧਨਵਾਨ ਵਿਅਕਤੀ ਦੇਵੀ ਲਾਲ ਦੀ ਪੁੱਤਰੀ ਦਾ ਰਿਸ਼ਤਾ ਲੈ ਕੇ ਆਏ। ਇਹ ਪਿੰਡ ਸੰਗਰ ਜਿਹੜਾ ਖਡੂਰ ਦੇ ਨੇੜੇ ਰਹਿ ਜਾਂਦਾ ਹੈ। ਹੁਣ ਮਾਤਾ ਫਰਾਈ ਜੀ ਖਡੂਰ ਵਿਆਹੇ ਹੋਏ ਸਨ ਤਾਂ ਨਾਲ ਪੈਂਦੇ ਪਿੰਡ ਸੰਗਰ ਤੋਂ
ਮਾਤਾ ਫਰਾਈ ਜੀ ਇੱਕ ਰਿਸ਼ਤਾ ਲੈ ਕੇ ਆਏ ਆਪਣੇ ਧਰਮ ਭਰਾ ਦੇ ਮੁੰਡੇ ਵਾਸਤੇ, ਜਾਣੀ ਭਾਈ ਲਹਿਣਾ ਜੀ ਵਾਸਤੇ, ਅਤੇ ਫੇਰੂਮੱਲ ਨੇ ਵੱਲੋਂ ਉਹ ਰਿਸ਼ਤਾ ਪ੍ਰਵਾਨ ਕਰ ਲਿਆ ਗਿਆ ਅਤੇ ਨਾਲ ਹੀ ਵਿਆਹ ਦਾ ਦਿਨ ਬੰਨ੍ਹ ਦਿੱਤਾ। ਵਿਆਹ ਵਾਲੇ ਦਿਨ ਬਰਾਤ ਮੱਤੇ ਦੀ ਸਰਾਂ ਤੋਂ ਚੱਲੀ ਅਤੇ 130 ਮੀਲ ਦੇ ਸਫ਼ਰ ਉੱਤੇ ਜਾਂਦਿਆਂ 3 ਦਿਨ ਲੱਗੇ, ਕਿਉਂਕਿ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਾਰਾਂ ਨਹੀਂ ਨਾ ਹੁੰਦੀਆਂ ਸੀ, ਸਾਰੀ ਗੱਡੇ ਹੁੰਦੇ ਸੀ, ਊਠ ਹੁੰਦੇ ਸੀ, ਬੈਲ ਗੱਡੀਆਂ ਹੁੰਦੀਆਂ ਸੀ ਜਾਂ ਘੋੜੇ ਹੁੰਦੇ ਸੀ। ਸੋ ਮੱਤੇ ਦੀ ਸਰਾਂ ਤੋਂ ਸਰਾਏ ਨਾਗਾ ਤੋਂ 130 ਮੀਲ ਦੂਰ ਖਡੂਰ ਪਿੰਡ ਸੰਗਰ ਜਾਣ ਲੱਗਿਆ ਉਹਨਾਂ ਨੂੰ 3 ਦਿਨ ਲੱਗੇ। 3 ਦਿਨ ਦਾ ਸਫ਼ਰ ਕੀਤਾ ਉਹਨਾਂ ਨੇ। ਜੰਝ ਮਾਤਾ ਫਰਾਈ ਜੀ ਦੇ ਘਰ ਖਡੂਰ ਵਿਖੇ ਰੁਕੀ। ਬਰਾਤ ਵਿੱਚ ਭਾਈ ਲਹਿਣਾ ਜੀ ਦੇ ਦਾਦਾ ਜੀ ਕੀਰਤੀ ਮੱਲ, ਪਿਤਾ ਫੇਰੂਮੱਲ ਜੀ ਤੇ ਉਹਨਾਂ ਦੇ ਚਾਚੇ ਰਜਨੀ ਜੀ, ਗੁਰਾਇਆ ਜੀ ਅਤੇ ਆਰਤੀ ਮੱਲ। ਕਈ ਥਾਵਾਂ ਤੇ ਉਹਨਾਂ ਦਾ ਨਾਮ ਅਰਥ ਮੱਲ ਵੀ ਲਿਖਿਆ ਹੋਇਆ ਹੈ। ਅਤੇ ਹੋਰ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਸ਼ਾਮਲ ਸਨ ਬਰਾਤ ਦੇ ਵਿੱਚ। ਵਿਆਹ ਦੇ ਸਮੇਂ ਭਾਈ ਲਹਿਣਾ ਜੀ ਦੀ ਉਮਰ 17-18 ਸਾਲ ਦੀ ਸੀ ਅਤੇ ਉਹਨਾਂ ਦੀ ਪਤਨੀ ਮਾਤਾ ਖੀਵੀ ਜੀ ਦੀ ਉਮਰ 15 ਸਾਲ ਦੀ ਸੀ। ਭਾਈ ਲਹਿਣਾ ਜੀ ਦਾ ਵਿਆਹ ਦੇਵੀ ਦਿਆਲ ਦੀ ਪੁੱਤਰੀ ਮਾਤਾ ਖੀਵੀ ਜੀ ਨਾਲ 15 ਮੱਘਰ ਬਿਕਰਮੀ ਸੰਮਤ 1578 ਯਾਨੀ ਕਿ ਅੰਗਰੇਜ਼ੀ ਸਾਲ, ਈਸਵੀ ਸਨ ਅੰਗਰੇਜ਼ੀ ਸਾਲ ਨਵੰਬਰ 1521 ਨੂੰ ਖਡੂਰ ਤੋਂ 4 ਮੀਲ ਦੂਰ ਪਿੰਡ ਸੰਗਰ ਵਿਖੇ ਹੋਇਆ। ਮਾਤਾ ਖੀਵੀ ਜੀ ਦੇ ਨਾਲ ਪਿੰਡ ਸੰਗਰ ਵਿਖੇ ਖਡੂਰ ਤੋਂ 4 ਮੀਲ ਦੂਰੀ ਤੇ ਜੋ ਪਿੰਡ ਹੈ, ਉੱਥੇ ਸਤਿਗੁਰੂ ਜੀ ਦੀ ਸ਼ਾਦੀ ਹੋਈ। ਵਿਆਹ ਵਿੱਚ ਲੋਕਾਂ ਨਾਲ ਬਹੁਤ ਸੋਹਣਾ ਲੈਣ ਦੇਣ ਕੀਤਾ ਗਿਆ। ਬਾਬਾ ਫੇਰੂਮੱਲ ਜੀ ਆਪਣੇ ਬੇਟੇ ਦਾ ਵਿਆਹ ਕਰਕੇ ਬਹੁਤ ਖੁਸ਼ ਸਨ। ਉਹ ਵਿਆਹ ਤੋਂ ਬਾਅਦ ਨਵੇਂ ਜੋੜੇ ਨੂੰ ਲੈ ਕੇ ਜਾਂਜੀਆਂ ਅਤੇ ਪਰਿਵਾਰ ਸਮੇਤ ਵਾਪਸ ਮੱਤੇ ਦੀ ਸਰਾਂ ਵਿਖੇ ਆਏ। ਸ਼ਾਦੀ ਤੋਂ ਬਾਅਦ ਭਾਈ ਲਹਿਣਾ ਜੀ ਤੇ ਮਾਤਾ ਖੀਵੀ ਜੀ ਆਪਣਾ ਵਿਆਹਕ ਜੀਵਨ ਬੜੀ ਖੁਸ਼ੀ ਨਾਲ ਬਤੀਤ ਕਰ ਰਹੇ ਸਨ। ਪਤੀ ਪਤਨੀ ਬੜੇ ਪਿਆਰ ਨਾਲ ਰਹਿਣ ਲੱਗੇ। ਸਵੇਰੇ ਉੱਠ ਕੇ ਇਸ਼ਨਾਨ ਪਾਣੀ ਕਰਕੇ ਪ੍ਰਮਾਤਮਾ ਦੀ ਭਗਤੀ ਕਰਦੇ ਸਨ। ਦਿਨ ਚੜੇ ਭਾਈ ਲਹਿਣਾ ਜੀ ਦੁਕਾਨ ਉੱਤੇ ਚਲੇ ਜਾਂਦੇ ਸੀ ਤੇ ਮਾਤਾ ਖੀਵੀ ਜੀ ਘਰ ਦਾ ਸਾਰਾ ਕੰਮ ਕਾਰ ਨਿਪਟਾ ਲੈਂਦੇ ਸਨ। ਵਿਆਹ ਤੋਂ 3 ਸਾਲ ਬਾਅਦ ਮਾਤਾ ਖੀਵੀ ਜੀ ਦੀ ਪਾਵਨ ਕੁੱਖ ਤੋਂ ਬੇਟੇ ਬਾਬਾ ਦਾਸੂ ਜੀ ਨੇ ਬੁੱਧਵਾਰ 12 ਹਾੜ ਨੂੰ ਦੇਸੀ ਸਾਲ 1581 ਈਸਵੀ ਸਾਲ 1524 ਨੂੰ ਜਨਮ ਲਿਆ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਪਹਿਲੇ ਬੇਟੇ ਬਾਬਾ ਦਾਸੂ ਜੀ ਨੇ ਈਸਵੀ ਸਨ 1524 ਨੂੰ ਮਾਤਾ ਖੀਵੀ ਜੀ ਦੀ ਪਾਵਨ ਕੁੱਖ ਤੋਂ ਜਨਮ ਲਿਆ। ਬਾਬਾ ਦਾਸੂ ਜੀ ਤੋਂ 8 ਸਾਲ ਬਾਅਦ ਬੀਬੀ ਅਮਰੋ ਦਾ ਜਨਮ ਸ਼ਨੀਵਾਰ ਵਾਲੇ ਦਿਨ ਹੋਇਆ, ਭਾਦੋਂ ਦੇ ਵਿੱਚ, ਸ਼ਨੀਵਾਰ ਭਾਦਰੋਂ ਨੂੰ। ਈਸਵੀ ਸਨ ਅੰਗਰੇਜ਼ੀ ਸਾਲ 1532 ਯਾਨੀ ਕਿ 1524 ਨੂੰ ਬਾਬੇ ਦਾਸੂ ਜੀ ਦਾ ਜਨਮ ਹੋਇਆ। ਫਿਰ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਦੀ ਬੇਟੀ ਬੀਬੀ ਅਮਰੋ ਦਾ ਜਨਮ ਹੋਇਆ 1532 ਨੂੰ। ਬੀਬੀ ਅਮਰੋ ਤੋਂ 3 ਸਾਲ ਬਾਅਦ ਦੂਜੀ ਬੇਟੀ ਬੀਬੀ ਅਨੋਖੀ ਦਾ ਜਨਮ 5 ਮੱਘਰ ਨੂੰ ਹੋਇਆ, ਯਾਨੀ ਕਿ ਅੰਗਰੇਜ਼ੀ ਸਾਲ 1535 ਨੂੰ ਹੋਇਆ। ਫਿਰ ਬੀਬੀ ਅਨੋਖੀ ਜੀ ਤੋਂ ਬਾਅਦ ਯਾਨੀ ਕਿ 1535 ਤੋਂ ਬਾਅਦ 2 ਸਾਲ ਬਾਅਦ ਚੌਥੇ ਬੱਚੇ ਬਾਬਾ ਦਾਤੂ ਜੀ ਦਾ ਜਨਮ ਸ਼ਨੀਵਾਰ 16 ਪੋਹ ਨੂੰ ਹੋਇਆ, ਯਾਨੀ ਕਿ ਈਸਵੀ ਸਨ ਅੰਗਰੇਜ਼ੀ ਸਾਲ 1537 ਨੂੰ ਹੋਇਆ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਘਰ 4 ਬੱਚਿਆਂ ਨੇ ਜਨਮ ਲਿਆ, ਜਿਨ੍ਹਾਂ ਦੇ ਵਿੱਚੋਂ 2 ਪੁੱਤਰ ਸਨ ਤੇ 2 ਪੁੱਤਰੀਆਂ ਸਨ। ਦਾਸੂ ਤੇ ਦਾਤੂ 2 ਬੇਟੇ ਸਨ। ਬੀਬੀ ਅਮਰੋ ਤੇ ਬੀਬੀ ਅਨੋਖੀ 2 ਬੇਟੀਆਂ ਸਨ। ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ 4 ਬੱਚੇ ਸਨ, 2 ਪੁੱਤਰੀਆਂ 2 ਪੁੱਤਰ। ਇੱਕ ਵਾਰ
ਲੁਟੇਰਿਆਂ ਦੀ ਇੱਕ ਵੱਡੀ ਧਾੜ ਨੇ ਮੱਤੇ ਦੀ ਸਰਾਏ ਉੱਪਰ ਆ ਕੇ ਹਮਲਾ ਕਰ ਦਿੱਤਾ। ਉਸ ਨੂੰ ਉਜਾੜ ਦਿੱਤਾ ਤੇ ਲੁਟੇਰਿਆਂ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਥਾਂ ਨੂੰ ਛੱਡ ਕੇ ਕਿਤੇ ਹੋਰ ਚਲੇ ਜਾਣ। ਇਹ ਸਾਰਾ ਪਿੰਡ ਸਾਡੇ ਕਬਜ਼ੇ ਵਿੱਚ ਹੈ। ਭਾਈ ਲਹਿਣਾ ਜੀ ਆਪਣੇ ਪਰਿਵਾਰ ਸਮੇਤ ਉੱਥੋਂ ਉੱਠ ਕੇ ਖੰਡੂਰ ਪਿੰਡ ਵਿੱਚ ਆ ਵਸੇ। ਖੰਡੂਰ ਪਿੰਡ ਦੇ ਲੋਕ ਜਵਾਲਾ ਦੇਵੀ ਦੇ ਭਗਤ ਸਨ। ਭਾਈ ਲਹਿਣਾ ਜੀ ਦੇ ਸਹੁਰਾ ਦੇਵੀਦਾਸ ਜੀ ਵੀ ਉੱਥੋਂ ਦੇ ਦੇਵੀ ਭਗਤਾਂ ਦੇ ਆਗੂ ਸਨ ਅਤੇ ਉਹ ਹਰ ਸਾਲ ਪਿੰਡ ਵਾਲਿਆਂ ਦੇ ਭਾਰੀ ਇਕੱਠ ਦੇ ਆਗੂ ਬਣ ਕੇ ਦੇਵੀ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਇਆ ਕਰਦੇ ਸਨ। ਇੱਕ ਵਾਰ ਦੇਵੀਦਾਸ ਜੀ ਪਿੰਡ ਦੇ ਦੇਵੀ ਭਗਤਾਂ ਦੇ ਭਾਰੀ ਇਕੱਠ ਨੂੰ ਲੈ ਕੇ ਹਰ ਸਾਲ ਦੀ ਤਰ੍ਹਾਂ ਜਵਾਲਾ ਜੀ ਦੇ ਦਰਸ਼ਨਾਂ ਨੂੰ ਗਏ। ਉਹ ਸਾਰੇ ਜਣੇ ਦੇਵੀ ਮੰਦਿਰ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ ਕਿ ਬਾਬਾ ਦੇਵੀਦਾਸ ਜੀ ਅਚਾਨਕ ਫਿਸਲ ਕੇ ਡਿੱਗ ਪਏ ਅਤੇ ਉਹਨਾਂ ਦੇ ਭਾਰੀ ਸੱਟ ਲੱਗ ਗਈ। ਦੇਵੀ ਭਗਤਾਂ ਨੇ ਉਹਨਾਂ ਨੂੰ ਚੁੱਕ ਕੇ ਘਰ ਲੈ ਆਂਦਾ ਅਤੇ ਇਲਾਜ ਕਰਵਾਇਆ, ਪਰ ਉਹ ਠੀਕ ਨਾ ਹੋਏ। ਆਖਰ ਨੂੰ 1526 ਵਾਲੇ ਦਿਨ ਪਿੰਡ ਸੰਗਰ ਵਿਖੇ ਦੇਵੀਦਾਸ ਜੀ ਦੀ ਮੌਤ ਹੋ ਗਈ। ਬਾਬਾ ਦੇਵੀਦਾਸ ਜੀ ਦੀ ਮੌਤ ਤੋਂ ਬਾਅਦ ਪਿੰਡ ਵਾਲਿਆਂ ਨੇ ਭਾਈ ਲਹਿਣਾ ਜੀ ਨੂੰ ਆਪਣੇ ਆਗੂ ਬਣਨ ਦੀ ਬੇਨਤੀ ਕੀਤੀ, ਕਿਉਂਕਿ ਉਹਨਾਂ ਦੇ ਸਹੁਰਾ ਸਾਹਿਬ ਦੇਵੀ ਭਗਤਾਂ ਦੇ ਆਗੂ ਸਨ। ਭਾਵੇਂ ਭਾਈ ਲਹਿਣਾ ਜੀ ਦੇਵੀ ਜਵਾਲਾ ਜੀ ਦੇ ਭਗਤ ਨਹੀਂ ਸਨ, ਪਰ ਫਿਰ ਵੀ ਉਹ ਪਿੰਡ ਵਾਲਿਆਂ ਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦੇ ਸਨ ਅਤੇ ਉਹ ਉਹਨਾਂ ਦੇ ਆਗੂ ਬਣਨਾ ਮੰਨ ਗਏ। ਭਾਈ ਲਹਿਣਾ ਜੀ ਬਹੁਤ ਨਰਮ ਦਿਲ ਤੇ ਮਿੱਠਾ ਬੋਲਣ ਵਾਲੇ ਸਨ ਅਤੇ ਨਿਮਰਤਾ ਵਾਲੇ ਸਨ। ਸਭ ਦਾ ਮਾਣ ਸਨਮਾਨ ਰੱਖਣਾ ਜਾਣਦੇ ਸਨ। ਦੇਵੀ ਭਗਤਾਂ ਦੇ ਆਗੂ ਬਣ ਜਾਣ ਤੋਂ ਬਾਅਦ ਵੀ ਉਹਨਾਂ ਦੇ ਅੰਦਰ ਇੱਕ ਤਲਾਸ਼ ਸੀ ਜੋ ਉਹਨਾਂ ਨੂੰ ਇੱਕ ਤਰ੍ਹਾਂ ਦੀ ਖਿੱਚ ਪਾਈ ਬੈਠੀ ਸੀ। ਪਿੰਡ ਖੰਡੂਰ ਦੇ ਨਰ ਨਾਰੀ ਸਾਲ ਵਿੱਚ ਇੱਕ ਵਾਰ ਜਵਾਲਾ ਦੇਵੀ ਦੀ ਪੂਜਾ ਕਰਨ ਵਾਸਤੇ ਕਾਂਗੜਾ ਵਿਖੇ ਜਾਂਦੇ ਸਨ ਅਤੇ ਭਾਈ ਲਹਿਣਾ ਜੀ ਸਾਰਿਆਂ ਦੇ ਮੁਖੀ ਹੁੰਦੇ ਸਨ। ਇਸ ਤਰ੍ਹਾਂ ਸਮਾਂ ਬੀਤਦਾ ਗਿਆ। ਪਿੰਡ ਖਡੂਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਿੱਖ ਭਾਈ ਜੋਧ ਜੀ ਰਹਿੰਦੇ ਸਨ। ਉਹਨਾਂ ਦਾ ਜੀਵਨ ਸਿੱਖੀ ਰੰਗ ਵਿੱਚ ਰੰਗਿਆ ਹੋਇਆ ਸੀ। ਉਹ ਸਦਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੜ੍ਹਦੇ ਰਹਿੰਦੇ ਸਨ ਭਾਈ ਜੋਧ ਜੀ, ਅਤੇ ਹੋਰ ਕਿਸੇ ਦਾ ਉਹ ਸਿਮਰਨ ਨਹੀਂ ਕਰਦੇ ਸਨ। ਉਹਨਾਂ ਦੀ ਸ਼ਰਧਾ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜੁੜੀ ਹੋਈ ਸੀ, ਇਸ ਲਈ ਉਹ ਸਦਾ ਹੀ ਆਨੰਦ ਵਿੱਚ ਰਹਿੰਦੇ ਸਨ। ਇੱਕ ਵਾਰ ਭਾਈ ਜੋਧ ਜੀ ਇੱਕ ਮਨ ਹੋ ਕੇ ਅੰਮ੍ਰਿਤ ਵੇਲੇ ਆਸਾ ਦੀ ਵਾਰ ਵਾਲੀਆਂ ਪੌੜੀਆਂ ਦਾ ਪਾਠ ਕਰ ਰਹੇ ਸਨ। ਕਿਉਂਕਿ ਪਹਿਲਾਂ ਜਿਹੜੀ ਅੱਜ ਅਸੀਂ ਆਸਾ ਦੀ ਵਾਰ ਪੜ੍ਹਦੇ ਹਾਂ, ਉਹ ਆਸਾ ਦੀ ਵਾਰ ਨਹੀਂ ਹੁੰਦੀ ਸੀ। ਵਾਰ ਦਾ ਮਤਲਬ ਹੁੰਦਾ ਪੌੜੀ, ਤੇ ਪੌੜੀਆਂ ਦਾ ਹੀ ਪਾਠ ਹੁੰਦਾ ਸੀਗਾ। ਸੋ 21 ਪੌੜੀਆਂ ਪੁਰਾਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ 21 ਪੌੜੀਆਂ ਦੀ ਆਸਾ ਦੀ ਵਾਰ ਹੁੰਦੀ ਸੀ ਉਦੋਂ। ਉਸ ਤੋਂ ਬਾਅਦ ਫਿਰ ਜਦੋਂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੂੰ ਗੱਦੀ ਪ੍ਰਾਪਤ ਹੋਈ ਤਾਂ ਅਖੀਰਲੇ 3 ਸ਼ਲੋਕ ਜਿਹੜੇ ਹਨ ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਹਨ। ਉਹਦੇ ਵਿੱਚ ਪੌੜੀਆਂ ਫਿਰ ਗੁਰੂ ਨਾਨਕ ਦੇਵ ਜੀ ਦੀਆਂ ਐਡ ਕੀਤੀਆਂ ਗਈਆਂ ਗੁਰੂ ਅੰਗਦ ਦੇਵ ਜੀ ਦੇ ਸ਼ਲੋਕਾਂ ਦੇ ਨਾਲ। ਬਟ ਪਹਿਲਾਂ 21 ਸ਼ਲੋਕਾਂ ਵਾਲੀਆਂ ਪੌੜੀਆਂ ਦੇ ਨੂੰ ਹੀ ਆਸਾ ਦੀ ਵਾਰ ਕਿਹਾ ਜਾਂਦਾ ਸੀ। ਇਸ ਤਰ੍ਹਾਂ ਭਾਈ ਜੋਧ ਜੀ ਇੱਕ ਦਿਨ ਅੰਮ੍ਰਿਤ ਵੇਲੇ ਨਾਲ ਇੱਕ ਮਨ ਹੋ ਕੇ ਆਸਾ ਦੀ ਵਾਰ ਦਾ ਪਾਠ ਕਰ ਰਹੇ ਸਨ। ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਪਾਸੋਂ ਸ਼ਬਦ ਸੁਣੇ ਤਾਂ ਉਸ ਵੇਲੇ ਉਹਨਾਂ ਦੇ ਦਿਲ ਵਿੱਚ ਬਹੁਤ ਪ੍ਰੇਮ ਜਾਗਿਆ। ਭਾਈ ਲਹਿਣਾ ਜੀ ਨੇ ਉਸ ਸਿੱਖ ਨੂੰ ਬੁਲਾ ਕੇ ਪੁੱਛਿਆ ਕਿ ਭਾਈ ਤੁਸੀਂ ਕਿਹੜਾ ਭਜਨ ਕਰਦੇ ਹੋ, ਇਹ ਕਿਸ ਦਾ ਲਿਖਿਆ ਹੋਇਆ? ਤਾਂ ਭਾਈ ਜੋਧ ਜੀ ਨੇ ਕਿਹਾ, ਗੁਰੂ ਨਾਨਕ ਦੇਵ ਜੀ ਮੇਰੇ ਗੁਰੂ ਹਨ, ਮੈਂ ਉਹਨਾਂ ਦਾ ਸਿੱਖ ਹਾਂ। ਇਹ ਉਹਨਾਂ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ ਜੋ ਮੈਂ ਹਮੇਸ਼ਾ ਹੀ ਪੜ੍ਹਦਾ ਹਾਂ। ਤਦ ਭਾਈ ਲਹਿਣਾ ਜੀ ਨੇ ਵਿਚਾਰ ਕੀਤੀ ਕਿ ਜਿਸ ਦੀ ਬਾਣੀ ਐਸੀ ਹੈ ਤੇ ਸੁਣ ਕੇ ਮਨ ਨੂੰ ਚੈਨ ਪਾਉਂਦੀ ਹੈ,
ਉਹ ਆਪ ਕੈਸੇ ਹੋਣਗੇ, ਮੈਂ ਉਹਨਾਂ ਨੂੰ ਹੀ ਗੁਰੂ ਧਾਰਨ ਕਰਾਂਗਾ। ਭਾਈ ਲਹਿਣਾ ਜੀ ਨੇ ਭਾਈ ਜੋਧ ਜੀ ਪਾਸੋਂ ਗੁਰੂ ਨਾਨਕ ਦੇਵ ਜੀ ਦਾ ਹੋਰ ਵੀ ਜਸ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਮੁਕਤੀ ਦੇ ਦਾਤੇ ਹਨ। ਭਾਈ ਲਹਿਣਾ ਜੀ ਨੇ ਆਪਣੇ ਮਨ ਵਿੱਚ ਵਿਚਾਰ ਕੀਤੀ ਕਿ ਹੋ ਸਕਦਾ ਹੈ ਹੁਣ ਗੁਰੂ ਜੀ ਸਾਡੇ ਪਿੰਡ ਨਾ ਆਉਣ, ਪਰ ਹੁਣ ਮੈਂ ਆਪ ਜਾ ਕੇ ਉਹਨਾਂ ਦੇ ਦਰਸ਼ਨ ਕਰਾਂਗਾ। ਭਾਈ ਲਹਿਣਾ ਜੀ ਅੰਦਰ ਗੁਰੂ ਜੀ ਨੂੰ ਮਿਲਣ ਦੀ ਅਭਿਲਾਸ਼ਾ ਦਿਨ ਦਿਨ ਇਸ ਤਰ੍ਹਾਂ ਵੱਧਦੀ ਗਈ ਜਿਵੇਂ ਭੰਵਰਾ ਫੁੱਲ ਲੱਭ ਰਿਹਾ ਹੋਵੇ, ਜਿਵੇਂ ਪਿਆਸਾ ਹਿਰਨ ਤੇ ਪਪੀਹਾ ਜਲ ਦੀ ਬੂੰਦ ਲੱਭ ਰਿਹਾ ਹੋਵੇ। ਉਹਨਾਂ ਨੇ ਆਪਣੇ ਹਿਰਦੇ ਵਿੱਚ ਪ੍ਰਪੱਕ ਕਰ ਲਿਆ ਕਿ ਮੈਂ ਹੁਣ ਹੋਰ ਕਿਸੇ ਦੀ ਸੰਗਤ ਨਹੀਂ ਕਰਾਂਗਾ। ਤਦ ਤੱਕ ਗੁਰੂ ਨਾਨਕ ਦੇਵ ਜੀ ਨੂੰ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਲੈਂਦਾ। ਜੇ ਸਿੱਖ ਪਾਸੋਂ ਸ਼ਬਦ ਸੁਣ ਕੇ ਮਨ ਬੜਾ ਪ੍ਰਸੰਨ ਹੋਇਆ ਹੈ ਤਾਂ ਉਹਨਾਂ ਦੇ ਦਰਸ਼ਨ ਕਰਨ ਨਾਲ ਮਨ ਕਿੰਨਾ ਆਨੰਦਿਤ ਹੋਵੇਗਾ। ਭਾਈ ਲਹਿਣਾ ਜੀ ਭਾਈ ਜੋਧ ਜੀ ਦੀ ਹਰ ਰੋਜ਼ ਸੰਗਤ ਕਰਦੇ ਸਨ। ਉਹਨਾਂ ਨੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੇ ਕਈ ਸ਼ਬਦ ਕੰਠ ਕਰ ਲਏ ਸਨ, ਜੋ ਹਰ ਰੋਜ਼ ਉਹ ਬੜੇ ਪਿਆਰ ਨਾਲ ਪੜ੍ਹਦੇ ਸਨ, ਜਿਸ ਨਾਲ ਰੋਜ਼ ਮਨ ਵਿੱਚ ਨਵਾਂ ਪਿਆਰ ਪੈਦਾ ਹੁੰਦਾ ਸੀ। ਇਸ ਤਰ੍ਹਾਂ ਕਰਦਿਆਂ ਕਰਦਿਆਂ ਦੇਵੀ ਪੂਜਾ ਦਾ ਦਿਨ ਵੀ ਨੇੜੇ ਆ ਗਿਆ ਤਾਂ ਭਾਈ ਲਹਿਣਾ ਜੀ ਨੇ ਪੱਕਾ ਮਨ ਬਣਾ ਲਿਆ ਕਿ ਉਹ ਇਸ ਵਾਰ ਕਰਤਾਰਪੁਰ ਦੇ ਰਸਤੇ ਜਾਣਗੇ ਅਤੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਜ਼ਰੂਰ ਕਰਨਗੇ। ਜਦ ਜਵਾਲਾ ਜੀ ਦੀ ਪੂਜਾ ਦਾ ਦਿਨ ਆਇਆ ਤਾਂ ਬਹੁਤ ਸਾਰੇ ਮਨੁੱਖ ਭਾਈ ਲਹਿਣਾ ਜੀ ਨਾਲ ਜਵਾਲਾ ਜੀ ਜਾਣ ਵਾਸਤੇ ਤਿਆਰ ਹੋਏ। ਭਾਈ ਲਹਿਣਾ ਜੀ ਨੇ ਸਾਰੇ ਸਾਥੀਆਂ ਨੂੰ ਪਿੰਡ ਤੋਂ ਬਾਹਰ ਇੱਕ ਥਾਂ ਉੱਪਰ ਇਕੱਠੇ ਕਰ ਲਿਆ ਅਤੇ ਕਿਹਾ, ਹੇ ਬੁੱਧੀਮਾਨੋ, ਇਸ ਵਾਰ ਅਸੀਂ ਹੋਰ ਰਸਤੇ ਜਾਣਾ ਹੈ, ਇਸ ਵਾਰ ਅਸੀਂ ਹੋਰ ਰਸਤੇ ਚੱਲ ਕੇ ਜਾਵਾਂਗੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਨ ਪੁਰਖ ਹਨ, ਅਸੀਂ ਪਹਿਲਾਂ ਉਹਨਾਂ ਦੇ ਦਰਸ਼ਨ ਕਰਾਂਗੇ। ਇਸ ਰਸਤੇ ਜਾਣ ਨਾਲ ਸਾਨੂੰ ਵਿਸ਼ੇਸ਼ ਫਲ ਪ੍ਰਾਪਤ ਹੋਵੇਗਾ। ਇਹ ਸੁਣ ਕੇ ਸਾਰੇ ਮਨੁੱਖ ਉਹਨਾਂ ਦੇ ਨਾਲ ਚੱਲ ਪਏ ਅਤੇ ਕਹਿਣ ਲੱਗੇ, ਚਲੋ ਉਹਨਾਂ ਦੇ ਵੀ ਦਰਸ਼ਨ ਕਰ ਲਈਏ। ਇਸ ਤਰ੍ਹਾਂ ਕਹਿ ਕੇ ਉਹ ਚੱਲਦੇ ਚੱਲਦੇ ਸਾਰਾ ਪੰਧ ਮਿਟਾ ਕੇ ਸਾਰੇ ਜਣੇ ਕਰਤਾਰਪੁਰ ਪਹੁੰਚ ਗਏ। ਉਹਨਾਂ ਨੇ ਨਗਰ ਦੇ ਬਾਹਰ ਖੜੇ ਹੋ ਕੇ ਇੱਕ ਮਨੁੱਖ ਪਾਸੋਂ ਪੁੱਛਿਆ ਕਿ ਇਹ ਪਿੰਡ ਕਿਸ ਦਾ ਹੈ। ਉਸ ਆਦਮੀ ਨੇ ਕਿਹਾ ਕਿ ਇਹ ਨਗਰ ਜਗਤ ਦੇ ਗੁਰੂ ਮੁਕਤੀ ਦੇ ਦਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਹੈ, ਜਿਸ ਨੂੰ ਲੋਕ ਤਪਾ ਵੀ ਕਹਿੰਦੇ ਹਨ। ਬਹੁਤ ਲੋਕ ਦੂਰੋਂ ਦੂਰੋਂ ਚੱਲ ਕੇ ਉਹਨਾਂ ਦੇ ਪਾਸ ਆਉਂਦੇ ਹਨ ਅਤੇ ਦਰਸ਼ਨ ਕਰਕੇ ਆਪਣੀਆਂ ਕਾਮਨਾਵਾਂ ਪੂਰੀਆਂ ਕਰਦੇ ਹਨ, ਇੱਛਾਵਾਂ ਪੂਰੀਆਂ ਕਰਦੇ ਹਨ। ਉਹਨਾਂ ਦਾ ਆਪਣਾ ਉਪਦੇਸ਼ ਪ੍ਰਸਿੱਧ ਹੈ, ਇਸ ਕਰਕੇ ਉਹਨਾਂ ਦਾ ਜਗਤ ਵਿੱਚ ਨਾਮ ਪ੍ਰਸਿੱਧ ਹੈ। ਇਹ ਪਿੰਡ ਉਹਨਾਂ ਦਾ ਹੀ ਜਾਣੋ। ਇਹ ਸੁਣ ਕੇ ਲਹਿਣੇ ਦੇ ਸਾਥੀ ਕਹਿਣ ਲੱਗੇ, ਲੈ ਭਾਈ ਲਹਿਣਿਆ, ਜਿਸ ਦੇ ਤੂੰ ਰੋਜ਼ ਸ਼ਬਦ ਪੜ੍ਹਦਾ ਹੈ ਨਾ, ਹਰ ਵੇਲੇ ਦਰਸ਼ਨ ਕਰਨਾ ਚਾਹੁੰਦਾ ਹੈ, ਉਹ ਸ੍ਰੀ ਨਾਨਕ ਇੱਥੇ ਹੀ ਰਹਿੰਦੇ ਹਨ। ਇਹ ਸੁਣ ਕੇ ਭਾਈ ਲਹਿਣਾ ਜੀ ਬਹੁਤ ਖੁਸ਼ ਹੋਏ ਅਤੇ ਖੁਸ਼ੀ ਵਿੱਚ ਸਮਾਉਂਦੇ ਨਹੀਂ ਸਨ, ਜਿਵੇਂ ਕੰਜੂਸ ਨੂੰ ਧਨ ਮਿਲ ਗਿਆ ਹੋਵੇ। ਫਿਰ ਉਹਨਾਂ ਨੇ ਸਾਥੀਆਂ ਦੇ ਅੱਗੇ ਖੜੇ ਹੋ ਕੇ ਸਾਰਿਆਂ ਨੂੰ ਕਿਹਾ, ਤੁਸੀਂ ਸਾਰੇ ਇੱਥੇ ਠਹਿਰੋ, ਮੈਂ ਦਰਸ਼ਨ ਕਰਕੇ ਆਉਂਦਾ, ਫਿਰ ਸੋਚਾਂਗੇ ਇੱਥੇ ਰੁਕਣਾ ਹੈ ਜਾਂ ਅੱਗੇ ਜਾਣਾ ਹੈ। ਇਹ ਕਹਿ ਕੇ ਭਾਈ ਲਹਿਣਾ ਜੀ ਪਿੰਡ ਵਿੱਚ ਚਲੇ ਗਏ। ਉਸ ਸਮੇਂ ਅੰਤਰਜਾਮੀ ਗੁਰੂ ਨਾਨਕ ਦੇਵ ਜੀ ਨੇ ਮਨ ਵਿੱਚ ਵਿਚਾਰਿਆ ਕਿ ਸਾਡਾ ਸੇਵਕ ਆ ਰਿਹਾ ਹੈ ਜੋ ਮੇਰੇ ਰਾਜ ਦਾ ਧਨੀ ਹੋਵੇਗਾ। ਤਦ ਆਪਣਾ ਆਸਣ ਛੱਡ ਕੇ ਪਿੰਡ ਦੇ ਬਾਹਰ ਇੱਕ ਥਾਂ ਉੱਤੇ ਆ ਕੇ ਠਹਿਰ ਗਏ। ਗੁਰੂ ਨਾਨਕ ਦੇਵ ਜੀ ਆਪਣੇ ਪਿਆਰੇ ਲਹਿਣੇ ਨੂੰ ਬੜੇ ਪਿਆਰ ਨਾਲ ਮਿਲੇ। ਭਾਈ ਲਹਿਣਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਪੁੱਛਿਆ, ਮੈਨੂੰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨ ਦੀ ਇੱਛਾ ਹੈ, ਉਹ ਇੱਥੇ ਕਿੱਥੇ ਰਹਿੰਦੇ ਹਨ? ਗੁਰੂ ਜੀ ਨੇ ਇਹ ਸੁਣ ਕੇ ਬਚਨ ਕੀਤੇ, ਆਓ ਤੁਸੀਂ ਮੇਰੇ ਨਾਲ ਚੱਲੋ, ਸ੍ਰੀ ਨਾਨਕ ਤੁਹਾਨੂੰ ਮੈਂ ਵਿਖਾ ਦਿੰਦਾ। ਇਸ ਬਾਰੇ ਤੁਸੀਂ ਜਿਸ ਦੇ ਬਾਰੇ ਤੁਸੀਂ ਬੜੇ ਹੀ ਪ੍ਰੇਮ ਨਾਲ ਪੁੱਛ ਰਹੇ ਹੋ।
ਇਹ ਕਹਿ ਕੇ ਸਤਿਗੁਰੂ ਨਾਨਕ ਦੇਵ ਜੀ ਅੱਗੇ ਅੱਗੇ ਘੋੜੇ ਦੇ ਅੱਗੇ ਅੱਗੇ ਚੱਲ ਪਏ। ਭਾਈ ਲਹਿਣਾ ਜੀ ਘੋੜੀ ਚੜ੍ਹੇ ਹੋਏ ਉਹਨਾਂ ਦੇ ਪਿੱਛੇ ਪਿੱਛੇ ਆ ਰਹੇ ਸਨ। ਧਰਮਸ਼ਾਲਾ ਦੇ ਨੇੜੇ ਪਹੁੰਚੇ ਤਾਂ ਗੁਰੂ ਜੀ ਖੜੇ ਹੋ ਕੇ ਬੋਲੇ, ਲੈ ਭਾਈ, ਹੁਣ ਘੋੜੀ ਤੋਂ ਉਤਰ ਜਾਵੋ ਅਤੇ ਇਸ ਨੂੰ ਇਸ ਕਿੱਲੇ ਦੇ ਨਾਲ ਬੰਨ੍ਹ ਦੇਵੋ। ਤੁਹਾਡੇ ਸਾਹਮਣੇ ਜਿਹੜਾ ਦਰਵਾਜ਼ਾ ਹੈ ਨਾ, ਉਸ ਰਾਹੀਂ ਅੰਦਰ ਜਾਣ ਨਾਲ ਤੁਹਾਨੂੰ ਗੁਰੂ ਨਾਨਕ ਜੀ ਦੇ ਦਰਸ਼ਨ ਹੋ ਜਾਣਗੇ। ਇਸ ਤਰ੍ਹਾਂ ਕੋਮਲ ਬਚਨ ਕਰਕੇ ਮੁਕਤੀ ਦੇ ਦਾਤੇ ਗੁਰੂ ਜੀ ਧਰਮਸ਼ਾਲਾ ਦਾ ਛੋਟਾ ਦਰਵਾਜ਼ਾ ਲੰਘ ਕੇ ਅੰਦਰ ਚਲੇ ਗਏ। ਗੁਰੂ ਜੀ ਅੰਦਰ ਜਾ ਕੇ ਪਹਿਲਾਂ ਹੀ ਸਿੰਘਾਸਨ ਉੱਤੇ ਬੈਠ ਗਏ ਅਤੇ ਸ਼ਾਂਤ ਰਸ ਸਰੀਰ ਧਾਰਨ ਕਰ ਲਿਆ। ਘੋੜੀ ਬੰਨ੍ਹ ਕੇ ਭਾਈ ਲਹਿਣਾ ਜੀ ਨੇ ਅੰਦਰ ਜਾ ਕੇ ਗੁਰੂ ਨਾਨਕ ਜੀ ਦੇ ਦਰਸ਼ਨ ਕੀਤੇ, ਜਿਨ੍ਹਾਂ ਦੀ ਮੱਤ ਅਤੀ ਸ਼ਰਧਾ ਵਿੱਚ ਭਿੱਜੀ ਹੋਈ ਸੀ। ਸ਼ਰਨ ਸ਼ਰਨ ਕਹਿ ਕੇ ਬੰਦਨਾ ਕੀਤੀ ਤੇ ਬੈਠ ਗਏ। ਸ਼ਰਨ ਸ਼ਰਨ ਕਹਿ ਕੇ ਬੰਦਨਾ ਕੀਤੀ ਤੇ ਬੈਠ ਗਏ। ਬੈਠ ਕੇ ਪਛਾਣਿਆ ਕਿ ਇਹ ਤਾਂ ਉਹ ਹੀ ਹਨ ਜਿਨ੍ਹਾਂ ਨੇ ਮੈਨੂੰ ਰਾਹ ਵਿਖਾਇਆ ਸੀ। ਇਹ ਦੇਖ ਕੇ ਭਾਈ ਲਹਿਣਾ ਜੀ ਬਹੁਤ ਹੈਰਾਨ ਹੋਏ ਅਤੇ ਆਪਣੇ ਆਪ ਤੋਂ ਵੱਡਾ ਔਗਣ ਹੋਇਆ ਸਮਝਿਆ। ਹਿਰਦੇ ਵਿੱਚ ਝੂਰਨ ਲੱਗੇ ਕਿ ਜੇ ਮੈਂ ਪਹਿਲਾਂ ਜਾਣਦਾ ਹੁੰਦਾ ਤਾਂ ਘੋੜੀ ਉੱਤੋਂ ਉਤਰ ਕੇ ਇਹਨਾਂ ਨੂੰ ਨਮਸਕਾਰ ਕਰਦਾ। ਉਹ ਡਰ ਗਏ ਅਤੇ ਕੋਈ ਵੀ ਗੱਲ ਨਾ ਕੀਤੀ। ਸੋਚਣ ਲੱਗੇ, ਮੈਥੋਂ ਬਹੁਤ ਵੱਡੀ ਭੁੱਲ ਹੋਈ ਹੈ। ਮੈਂ ਭੈੜੇ ਭਾਗਾਂ ਵਾਲਾ ਘੋੜੀ ਉੱਤੇ ਚੜਿਆ ਆਇਆ ਅਤੇ ਉਹ ਪੈਦਲ ਚੱਲ ਕੇ ਮੇਰੇ ਅੱਗੇ ਅੱਗੇ ਆਏ। ਮੇਰਾ ਇੰਨਾ ਵੱਡਾ ਗੁਨਾਹ ਕਿੰਜ ਮਾਫ ਹੋਵੇਗਾ? ਇਸ ਤਰ੍ਹਾਂ ਸੋਚ ਕੇ ਹਿਰਦੇ ਵਿੱਚ ਭੈ ਧਾਰਨ ਕਰਕੇ ਹੱਥ ਜੋੜ ਕੇ ਖੜੇ ਹੋ ਗਏ। ਗੁਰੂ ਜੀ ਭਾਈ ਲਹਿਣਾ ਜੀ ਦੇ ਮਨ ਦੀ ਗੱਲ ਨੂੰ ਜਾਣ ਗਏ। ਕਿਰਪਾ ਨਿਧਾਨ ਗੁਰੂ ਜੀ ਨੇ ਕੋਮਲ ਬਚਨ ਕਹੇ, ਪੁਰਖਾ ਸਭ ਸੁਖ ਸਾਂਦ ਹੈ। ਇਹ ਸੁਣ ਕੇ ਭਾਈ ਲਹਿਣਾ ਜੀ ਨੇ ਕਿਹਾ, ਤੁਹਾਡੇ ਦਰਸ਼ਨ ਕਰਕੇ ਪਰਮ ਆਨੰਦ ਆਇਆ ਹੈ। ਮੈਨੂੰ ਸੁੱਖਾਂ ਦੀ ਦਾਤ ਮਿਲ ਗਈ ਹੈ। ਭਾਈ ਲਹਿਣਾ ਜੀ ਨੇ ਆਪਣੇ ਮਨ ਵਿੱਚ ਇੱਕਦਮ ਵਿਚਾਰ ਕਰਕੇ ਦੇਵੀ ਭਗਤੀ ਨੂੰ ਪਖੰਡ ਜਾਣਿਆ ਤੇ ਜਵਾਲਾ ਜਾਣ ਦਾ ਖਿਆਲ ਛੱਡ ਦਿੱਤਾ। ਪੈਰਾਂ ਵਿੱਚ ਜਿਹੜੇ ਘੁੰਗਰੂ ਬੰਨੇ ਹੋਏ ਸਨ ਦੇਵੀ ਦੇ ਨਾਂ ਦੇ, ਉਹ ਸਾਰੇ ਉਸੇ ਵੇਲੇ ਤੋੜ ਦਿੱਤੇ ਅਤੇ ਸਭ ਇੱਛਾਵਾਂ ਦੂਰ ਕਰਕੇ ਗੁਰੂ ਜੀ ਦੇ ਚਰਨਾਂ ਨੂੰ ਹੀ ਆਪਣਾ ਆਸਰਾ ਬਣਾ ਲਿਆ। ਫਿਰ ਹਿਰਦੇ ਵਿੱਚ ਵਿਚਾਰ ਕੀਤਾ ਕਿ ਜੇ ਗੁਰੂ ਜੀ ਅੰਤਰਜਾਮੀ ਹਨ ਤਾਂ ਮੈਨੂੰ ਇੱਕ ਵਾਰ ਘਰ ਜਾਣ ਦੀ ਆਗਿਆ ਦੇਣ। ਫਿਰ ਹਿਰਦੇ ਵਿੱਚ ਸ਼ਰਧਾ ਧਾਰਨ ਕਰਕੇ ਦੁਬਾਰਾ ਦਰਸ਼ਨ ਕਰਨ ਆਵਾਂਗਾ। ਗੁਣਾਂ ਦੇ ਦਾਤੇ ਗੁਰੂ ਜੀ ਨੇ ਬਚਨ ਕੀਤਾ, ਹੇ ਪੁਰਖਾ, ਜਿਸ ਥਾਂ ਤੂੰ ਚੱਲਿਆ ਹੈ, ਇਹ ਜਿਹੜਾ ਭੇਸ ਬਣਾਇਆ ਹੈ, ਹੁਣ ਉੱਥੇ ਕਿਉਂ ਨਹੀਂ ਜਾਂਦਾ? ਤਾਂ ਭਾਈ ਲਹਿਣਾ ਜੀ ਨੇ ਕਿਹਾ, ਹੇ ਪ੍ਰਭੂ ਜੀ, ਸੁਣੋ, ਜੇ ਮਨੁੱਖ ਸ਼ਹਿਦ ਲੱਭਣ ਵਾਸਤੇ ਘਰੋਂ ਚੱਲਿਆ ਹੋਵੇ ਅਤੇ ਰਸਤੇ ਵਿੱਚ ਉਸ ਨੂੰ ਅੰਮ੍ਰਿਤ ਮਿਲ ਜਾਏ ਤਾਂ ਫਿਰ ਉਹ ਮਨੁੱਖ ਸ਼ਹਿਦ ਲੱਭਣ ਕਿਉਂ ਜਾਊਗਾ? ਗੁਰੂ ਜੀ ਮੁਸਕਰਾ ਕੇ ਬੋਲੇ, ਹੇ ਪੁਰਖਾ, ਤੇਰਾ ਘਰ ਕਿਸ ਥਾਂ ਹੈ? ਤੇਰਾ ਨਾਮ ਕੀ ਹੈ? ਸਾਨੂੰ ਦੱਸੋ। ਭਾਈ ਲਹਿਣਾ ਜੀ ਨੇ ਪ੍ਰਸੰਨ ਹੋ ਕੇ ਕਿਹਾ, ਹੇ ਸਤਿਗੁਰੂ ਜੀ, ਖਡੂਰ ਪਿੰਡ ਵਿੱਚ ਮੈਂ ਰਹਿੰਦਾ ਹਾਂ, ਮੇਰਾ ਘਰ ਹੈ। ਸਾਰੇ ਮਨੁੱਖ ਮੈਨੂੰ ਲਹਿਣਾ ਨਾਮ ਦੇ ਨਾਲ ਜਾਣਦੇ ਹਨ। ਮੈਂ ਆਪ ਜੀ ਦਾ ਸ੍ਰੇਸ਼ਟ ਜਸ ਸੁਣਿਆ ਹੈ। ਦਰਸ਼ਨ ਕਰਨ ਦੀ ਬਹੁਤ ਅਭਿਲਾਸ਼ਾ ਸੀ। ਹੁਣ ਆਪ ਜੀ ਨੇ ਮੈਨੂੰ ਖਿੱਚ ਕੇ ਆਪਣੇ ਪਾਸ ਬੁਲਾ ਲਿਆ। ਆਪ ਜੀ ਦੀ ਪਵਿੱਤਰ ਕੀਰਤੀ ਰੂਪੀ ਸੁਗੰਧੀ ਸਾਰੇ ਪਸਰੀ ਹੋਈ ਹੈ। ਮੈਂ ਭਵਰਾ ਇੱਕ ਸੁਗੰਧੀ ਦਾ ਖਿੱਚਿਆ ਹੋਇਆ ਤੁਹਾਡੇ ਪਾਸ ਆ ਗਿਆ ਹਾਂ। ਗੁਰੂ ਜੀ ਨੇ ਕਿਹਾ, ਹੇ ਲੈਣੇ, ਤੂੰ ਸਾਥੋਂ
ਲੈਣੇਦਾਰ ਭਾਵ ਆਪਣਾ ਦਿੱਤਾ ਲੈਣਾ ਹੈ ਅਤੇ ਇਹ ਪੁਰਖਾ ਅਸੀਂ ਤੈਨੂੰ ਦੇਣਾ ਹੈ। ਹੁਣ ਤੁਸੀਂ ਜਾਵੋ ਅਤੇ ਆਪਣੇ ਘਰ ਹੋ ਕੇ ਫਿਰ ਵਾਪਸ ਆਓ। ਇਹ ਸੁਣ ਕੇ ਲਹਿਣਾ ਜੀ ਬਹੁਤ ਖੁਸ਼ ਹੋਏ, ਜਿਵੇਂ ਅੰਬ ਦੀ ਇੱਛਾ ਰੱਖਣ ਵਾਲੇ ਨੂੰ ਅੰਬ ਮਿਲ ਗਿਆ ਹੋਵੇ। ਸੋਚਣ ਲੱਗੇ, ਗੁਰੂ ਜੀ ਅੰਤਰਜਾਮੀ ਹਨ। ਜਿਸ ਤਰ੍ਹਾਂ ਮੈਂ ਮਨ ਵਿੱਚ ਸੋਚਿਆ ਸੀ ਨਾ, ਉਹ ਉਸੇ ਤਰ੍ਹਾਂ ਹੀ ਜਾਣ ਗਏ ਹਨ। ਪਾਪਾਂ ਦੇ ਨਾਸ਼ਕਰਤਾ ਦੀ ਆਗਿਆ ਮੰਨ ਕੇ ਹੱਥ ਜੋੜ ਕੇ ਚਰਨਾਂ ਉੱਤੇ ਬੰਦਨਾ ਕੀਤੀ। ਗੁਰੂ ਜੀ ਦੀ ਆਗਿਆ ਪਾ ਕੇ ਭਾਈ ਲਹਿਣਾ ਜੀ ਪਹਿਲਾਂ ਵਾਲੀ ਥਾਂ ਉੱਤੇ ਸਾਥੀਆਂ ਨੂੰ ਆ ਮਿਲੇ ਅਤੇ ਕਿਹਾ, ਸਾਰਿਆਂ ਨੂੰ ਮੇਰੀ ਰਾਮ ਰਾਮ ਹੈ, ਸਾਰਿਆਂ ਨੂੰ ਮੇਰੀ ਰਾਮ ਰਾਮ ਹੈ। ਮੇਰੀ ਇੱਛਾ ਹੁਣ ਘਰ ਨੂੰ ਮੁੜ ਜਾਣ ਦੀ ਹੈ। ਇਹ ਸੁਣ ਕੇ ਸਾਰੇ ਸਾਥੀ ਬਹੁਤ ਹੈਰਾਨ ਹੋਏ ਅਤੇ ਕਹਿਣ ਲੱਗੇ, ਹੁਣ ਤੂੰ ਘਰ ਨੂੰ ਕਿਉਂ ਚੱਲਿਆ? ਕੀ ਹੁਣ ਤੂੰ ਜਵਾਲਾ ਜੀ ਦੇ ਮੰਦਿਰ ਨਹੀਂ ਜਾਵੇਂਗਾ? ਇਸ ਸੰਗਤ ਦਾ ਮਾਲਕ ਹੁਣ ਕੌਣ ਹੋਵੇਗਾ? ਭਾਈ ਲਹਿਣਾ ਜੀ ਨੇ ਕਿਹਾ, ਜਿਸ ਕਾਰਨ ਜਵਾਲਾ ਜੀ ਜਾਂਦੇ ਸੀ ਨਾ, ਮੇਰਾ ਉਹ ਕਾਰਜ ਪੂਰਾ ਹੋ ਗਿਆ। ਮੇਰੇ ਹਿਰਦੇ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ। ਸੰਗੀਆਂ ਨੇ ਹਿੱਤ ਕਰਕੇ ਪੁੱਛਿਆ, ਪਿਆਰ ਦੇ ਨਾਲ ਪੁੱਛਿਆ ਸੰਗੀਆਂ ਨੇ, ਤੁਹਾਡੇ ਮਨ ਨੂੰ ਸ਼ਾਂਤੀ ਪ੍ਰਾਪਤ ਹੋ ਗਈ ਹੈ ਤਾਂ ਜਿੰਨੇ ਵੀ ਸੰਗੀ ਨਾਲ ਆਏ ਹਨ ਇਹਨਾਂ ਨੂੰ ਵੀ ਦੱਸੋ ਕਿ ਕਿਸ ਤਰ੍ਹਾਂ ਸ਼ਾਂਤੀ ਪ੍ਰਾਪਤ ਹੋਵੇਗੀ। ਭਾਈ ਲਹਿਣਾ ਜੀ ਨੇ ਕਿਹਾ, ਹੁਣ ਤੁਸੀਂ ਜਵਾਲਾ ਜੀ ਜਾਓ, ਦੇਵੀ ਪੂਜਾ ਕਰਕੇ ਇਸ ਥਾਂ ਤੇ ਫਿਰ ਵਾਪਸ ਆਓ। ਆਪਣੀਆਂ ਆਪਣੀਆਂ ਮਨੋ ਕਾਮਨਾ ਮਨ ਵਿੱਚ ਧਾਰਨ ਕਰੋ। ਫਿਰ ਜੋ ਦੁੱਖਾਂ ਦੇ ਵੈਰੀ ਸਤਿਗੁਰੂ ਜੀ ਹਨ, ਉਹਨਾਂ ਦੇ ਦਰਸ਼ਨ ਕਰੋ। ਕਿਰਪਾ ਨਿਧਾਨ ਸਤਿਗੁਰੂ ਜੀ ਫਿਰ ਤੁਹਾਡੇ ਉੱਤੇ ਕਿਰਪਾ ਕਰਨਗੇ, ਤੁਹਾਡੀਆਂ ਸਾਰੀਆਂ ਮਨੋਕਾਮਨਾ ਪੂਰੀਆਂ ਕਰਨਗੇ। ਇਹ ਕਹਿ ਕੇ ਭਾਈ ਲਹਿਣਾ ਜੀ ਨੇ ਉਹਨਾਂ ਸਾਰਿਆਂ ਨੂੰ ਵਿਦਾ ਕੀਤਾ ਅਤੇ ਉਹ ਸਾਰੇ ਸੰਗੀ ਬੜੇ ਹੀ ਉਤਸ਼ਾਹ ਨਾਲ ਜਵਾਲਾ ਜੀ ਦੇ ਦਰਸ਼ਨਾਂ ਨੂੰ ਚੱਲ ਪਏ। ਇਸ ਤਰ੍ਹਾਂ ਭਾਈ ਲਹਿਣਾ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਾਪ ਹੋਇਆ ਅਤੇ ਫਿਰ ਉਹ ਹਮੇਸ਼ਾ ਲਈ ਗੁਰੂ ਚਰਨਾਂ ਵਿੱਚ ਰਹਿਣ ਲੱਗੇ। ਭਾਈ ਲਹਿਣਾ ਜੀ ਨੇ ਸੇਵਾ ਦੀ ਚਰਮ ਸੀਮਾ ਉੱਤੇ ਪਹੁੰਚ ਕੇ ਗੁਰੂ ਨਾਨਕ ਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਅਤੇ ਫਿਰ ਇੱਕ ਦਿਨ ਉਹ ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋ ਗਏ। ਸੋ ਪਿਆਰੀ ਸਾਧ ਸੰਗਤ ਜੀ, ਇਹ ਸੀ ਧੰਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਜਨਮ ਦਿਹਾੜੇ ਉੱਤੇ ਕਥਾ ਰੂਪ ਦੇ ਵਿੱਚ ਸਤਿਗੁਰਾਂ ਜੀ ਦੇ ਜੀਵਨ ਦੀ ਵਿਚਾਰ। ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਨਮ ਦਿਨ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਹੋਵੇ। ਗੁਰਮਤਿ ਵਿਚਾਰ ਕਰਦਿਆਂ ਹੋਇਆਂ ਭੁੱਲਾਂ ਚੁੱਕਾਂ ਦੀ ਮੁਆਫੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।